देश दुनिया च बसते पंजाबियों ਨੂੰ जी आया। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट राजीव भास्कर जी और इंद्रप्रीत जी। मैं जी आया आपका बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਲੰਘੇ ਦਿਨ ਅਸੀਂ ਪੰਜਾਬ ਦੇ ਵਿੱਚ ਨਿਵੇਸ਼ ਨੂੰ ਲੈ ਕੇ ਇੱਕ ਖਬਰ ਦਾ ਜ਼ਿਕਰ ਕੀਤਾ ਸੀ ਔਰ ਤੁਹਾਡੇ ਨਾਲ ਇਹ ਵੀ ਜ਼ਿਕਰ ਕੀਤਾ ਸੀ ਕਿ ਅਸੀਂ ਇਹਦੇ ਸਾਰੇ ਤੱਥ ਵੀ ਪ੍ਰਸਤੁਤ ਕਰਾਂਗੇ। ਇੱਕ ਸੀਮੈਂਟ ਕੰਪਨੀ ਪੰਜਾਬ ਦੇ ਵਿੱਚ ਨਿਵੇਸ਼ ਕਰਨਾ ਚਾਹੁੰਦੀ ਸੀ ਔਰ ਕੀ ਉਹ ਹੁਣ ਨਿਵੇਸ਼ ਦੇ ਮਾਮਲੇ 'ਚ ਖਾਮੋਸ਼ ਆ, ਇਸ ਤਰ੍ਹਾਂ ਦੀ ਖਬਰ ਨੂੰ ਅਸੀਂ ਅੱਗੇ ਵਧਾਇਆ ਸੀ। ਸੋ ਇਹਦੇ ਨਵੇਂ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ। ਸਰਕਾਰ ਦਾ ਪੱਖ ਇਹਦੇ 'ਚ ਕੀ ਆ, ਉਹ ਬੜਾ ਦਿਲਚਸਪ ਪਹਿਲੂ ਆ। ਦੂਜਾ ਮਾਮਲਾ ਵੀ ਸੱਤਾਧਾਰੀ ਧਿਰਾਂ ਨਾਲ ਜੁੜਿਆ ਹੋਇਆ। ਚੰਡੀਗੜ੍ਹ ਦੇ ਵਿੱਚ ਜਿਹੜੀ ਕਿ ਪੰਜਾਬ ਦੀ ਰਾਜਧਾਨੀ ਹੈ ਔਰ ਸੋ ਕਾਲਡ ਰਾਜਧਾਨੀ ਹੈ ਹੁਣ ਤਾਂ, ਉਹਦੇ ਵਿੱਚ ਪਾਰਕਿੰਗ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਡਬਲ ਫੀਸ ਦੇਣੀ ਪੈਂਦੀ ਹੈ ਹੁਣ। ਔਰ ਇਹ ਰੌਲਾ ਪਿਆ ਸੀ ਥੋੜਾ ਜਿਹਾ, ਫਿਰ ਚੁੱਪ ਹੋ ਗਿਆ। ਪੰਜਾਬ ਦੇ ਸੱਤਾਧਾਰੀ ਇਹਦੇ ਤੇ ਬਹੁਤੇ ਬੋਲੇ ਨਾ। ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਹੁਣ ਇਹਦੇ ਉੱਤੇ ਸਪਸ਼ਟ ਸਟੈਂਡ ਲੈ ਰਿਹਾ। ਉਹਦੀ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਆ ਕਿ ਉਹ ਕੀ ਸਟੈਂਡ ਲੈ ਰਹੇ ਨੇ। ਤੀਜੀ ਖਬਰ ਦੇ ਵਿੱਚ ਅਸੀਂ ਉਹ ਲੋਕ ਜਿਹੜੇ ਵੱਖ-ਵੱਖ ਕਾਰਨਾਂ ਕਰਕੇ ਚਰਚਾ 'ਚ ਨੇ, ਜਿਨ੍ਹਾਂ 'ਚ ਸਾਬਕਾ ਡਿਪਟੀ ਸੀਐਮ ਓਪੀ ਸੋਨੀ, ਰਾਜਜੀਤ ਸਿੰਘ AIG ਜਿਹੜੇ ਕਿ ਬਰਖਾਸਤ ਨੇ, ਔਰ ਉਹਨਾਂ ਦੇ ਨਾਲ ਭਰਤਿੰਦਰ ਸਿੰਘ ਚਾਹਲ, ਰਕੇਸ਼ ਸਿੰਗਲਾ ਜਿਹੜੇ ਆਸ਼ੂ ਵਾਲੇ ਮਾਮਲੇ ਦੇ ਵਿੱਚ ਲੋੜੀਂਦੇ ਹੈਗੇ ਆ। ਇਹ ਚਾਰ ਲੋਕਾਂ ਨਾਲ ਜੁੜੀਆਂ ਵੱਖ-ਵੱਖ ਖਬਰਾਂ ਨੇ, ਉਹ ਵੀ ਤੁਹਾਡੇ ਨਾਲ ਰੂਬਰੂ ਕਰਦੇ ਆ। ਔਰ ਇਸ ਤੋਂ ਅੱਗੇ ਹੜ੍ਹਾਂ ਦੀ ਕੀ ਸਥਿਤੀ ਆ, ਕਾਂਗਰਸੀਆਂ ਦੇ ਧਰਨੇ ਇਹ ਸਾਬਤ ਕਰਨ ਲਈ ਕਾਫੀ ਨੇ ਕਿ ਅਸੀਂ ਸੱਤਾਧਾਰੀ ਧਿਰ ਦੇ ਨਾਲ ਨਹੀਂ ਹੈ। ਵੈਸੇ ਉਹ ਯਤਨ ਕਰ ਰਹੇ ਨੇ ਕਿ ਅਸੀਂ ਆਪਣੀ ਵਿਰੋਧੀ ਧਿਰ ਵਾਲੀ ਹਾਜ਼ਰੀ ਬਰਕਰਾਰ ਰੱਖੀਏ। ਅੱਗੇ ਕਿਵੇਂ ਵੱਧਦੀ ਆ ਇਹਦੇ ਉੱਤੇ ਚੱਲਦੇ ਆ। ਕੇਜਰੀਵਾਲ ਕੱਲ ਬੜੇ ਸਖਤ ਲਹਿਜੇ ਦੇ ਵਿੱਚ ਪੇਸ਼ ਹੋ ਰਹੇ ਸੀ। ਕਹਿੰਦੇ ਹੁਣ ਇਹ ਅਗਲਾ ਮੁੱਦਾ ਸਟੇਟਹੁੱਡ ਦਾ ਹੋਵੇਗਾ। ਦਿੱਲੀ ਦੇ ਵਿੱਚ ਸਵਾਵਾਂ ਨੂੰ ਲੈ ਕੇ, ਦਿੱਲੀ ਦੀਆਂ ਸਵਾਵਾਂ ਨੂੰ ਲੈ ਕੇ, LG ਨਾਲ ਟਕਰਾਅ ਨੂੰ ਲੈ ਕੇ, ਕੇਂਦਰੀ ਕਾਨੂੰਨ ਨੂੰ ਲੈ ਕੇ ਕੇਜਰੀਵਾਲ ਅਗਲੀ ਇਲੈਕਸ਼ਨ ਦੇ ਮੁੱਦੇ ਨਿਰਧਾਰਿਤ ਕਰ ਰਹੇ ਨੇ। ਔਰ ਲਾਸਟ ਵਿੱਚ ਆਪਾਂ ਚੱਲਾਂਗੇ ਇੰਡੀਆ ਗੱਠਜੋੜ ਦੇ ਨਾਂ ਤੇ ਜੋ ਕੁਝ ਨਵਾਂ ਵਾਪਰ ਰਿਹਾ, ਖਾਸ ਤੌਰ ਦੇ ਉੱਤੇ ਇਹਦੀ ਅਗਵਾਈ ਕੌਣ ਕਰੇਗਾ, ਅਗਲੀ ਮੀਟਿੰਗ 'ਚ ਕਿਹੜੇ ਫੈਸਲੇ ਹੋਣ ਜਾ ਰਹੇ ਆ, ਕਿਹੜੇ ਸਲਿਪਰੀ ਪਿਚ ਤੇ ਖੇਡ ਰਹੇ ਨੇ ਔਰ ਕਿਹੜੇ ਨਿੱਠ ਕੇ ਲੜਨਗੇ। ਕੀ ਸਟਾਲਿਨ, ਮਮਤਾ ਬੈਨਰਜੀ ਜਾਂ ਹੋਰ ਵੱਡੇ ਲੋਕ ਇਹਦੇ ਵਿੱਚ ਅਹਿਮ ਰੋਲ 'ਚ ਹੋਣਗੇ। ਰਾਜ ਸਭਾ ਦੇ ਵਿੱਚ ਅਰਬਪਤੀ ਬੈਠਦੇ ਨੇ, ਇਹ ਤਾਂ ਸਾਨੂੰ ਪਤਾ ਪੰਜਾਬ ਵਾਲਿਆਂ ਤੋਂ ਵੱਧ ਕੌਣ ਜਾਣਦਾ ਹੋ ਸਕਦਾ, ਪਰ ਜਦੋਂ ਕਿਤੇ ਅੰਕੜੇ ਆਏ ਹੋਣ ਉਹਨਾਂ ਦੀ ਸਾਂਝ ਪਾਉਣੀ ਵੀ ਬੜੀ ਜ਼ਰੂਰੀ ਆ। ਸਭ ਤੋਂ ਪਹਿਲਾਂ ਆਪਾਂ ਲੈਂਦੇ ਆ ਇੰਦਰਪ੍ਰੀਤ ਜੀ ਨੂੰ ਨਾਲ। ਇੰਦਰਪ੍ਰੀਤ ਜੀ ਸ਼ੁਰੂ ਕਰੋ ਤਾਂ ਜ਼ਰਾ। ਜਿਹੜੀ ਅਸੀਂ ਕੱਲ ਹਰਕਵਲਜੀਤ ਵਾਲੀ ਖਬਰ ਅਜੀਤ ਵਿੱਚ ਪ੍ਰਕਾਸ਼ਿਤ ਹੋਈ ਸੀ, ਉਹ ਅੱਗੇ ਵਧਾਈ ਸੀਗੀ ਕਿ ਨਿਵੇਸ਼ ਦੇ ਮਾਮਲੇ 'ਚ ਦੋ ਵੱਡੀਆਂ ਕੰਪਨੀਆਂ ਪੰਜਾਬ ਆਈਆਂ ਲੇਕਿਨ ਮੁੱਖ ਮੰਤਰੀ ਸਾਹਿਬ ਸਮਾਂ ਦੇ ਕੇ ਮਿਲ ਨਾ ਸਕੇ, ਐਸੀ ਖਬਰ ਸੀ, ਉਹਦਾ ਮਜ਼ਮੂਨ ਸੀ। ਤੁਸੀਂ ਇਹਨੂੰ ਕਿਵੇਂ ਸਮਝਿਆ ਔਰ ਜਦੋਂ ਤੁਹਾਡੀ ਅਧਿਕਾਰੀਆਂ ਨਾਲ ਗੱਲ ਹੁੰਦੀ ਆ ਤਾਂ ਅਸਲ ਤੱਥ ਕਿਸ ਤਰ੍ਹਾਂ ਨਾਲ ਅੱਗੇ ਵਧਦੇ ਆ? ਜਰਾ ਸਾਂਝ ਪਵਾਓ ਕਿ ਪੰਜਾਬ ਦਾ ਨੁਕਸਾਨ ਹੋਇਆ, ਕੋਈ ਤੱਥ ਜਿਹੜੇ ਇਹਦੇ ਨਾਲ ਰਲਦੇ ਨੇ ਖਬਰ ਦੇ ਜਾਂ ਵੱਖਰੇ ਨੇ? ਰੰਧਾਵਾ ਸਾਹਿਬ, ਇਹ ਜਦੋਂ ਕੱਲ ਖਬਰ ਛਪੀ ਸੀਗੀ ਕਿ ਦੋ ਵੱਡੀਆਂ ਕੰਪਨੀਆਂ ਦੇ ਲੋਕਾਂ ਨਾਲ ਮੀਟਿੰਗ ਫਿਕਸ ਕਰਨ ਤੋਂ ਬਾਵਜੂਦ ਵੀ ਸੀਐਮ ਸਾਹਿਬ ਉਹਨਾਂ ਨੂੰ ਮਿਲੇ ਨਹੀਂ ਹੈਗੇ। ਇੱਕ ਕੰਪਨੀ ਦੇ ਬਾਰੇ ਤਾਂ ਬਕਾਇਦਾ ਇਹ ਵੀ ਕਿਹਾ ਗਿਆ ਕਿ ਉਹ ਸਪੈਸ਼ਲ ਚਾਰਟਰਡ ਵਿਮਾਨ ਆਪਣਾ ਲੈ ਕੇ ਆਏ ਸੀ, ਤਾਂ ਵੀ ਮੀਟਿੰਗ ਚ ਵਿੱਚ ਸੀਐਮ ਸਾਹਿਬ ਨਹੀਂ ਆਏ। ਇਹ ਬਹੁਤ ਹੈਰਾਨੀ ਗੱਲ ਸੀ। ਆਪਾਂ ਇਸ ਗੱਲ ਤੇ ਕੱਲ ਡਿਸਕਸ ਵੀ ਲੰਬਾ ਚੌੜਾ ਕੀਤਾ ਸੀਗਾ ਕਿ ਬਹੁਤ ਹੈਰਾਨੀ ਸੀ ਵੀ ਇੱਕ ਪਾਸੇ ਮੁੱਖ ਮੰਤਰੀ ਜਿਹੜੇ ਹੈਗੇ ਜਰਮਨੀ, ਚੇਨਈ, ਬੰਬੇ, ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਜਿਹੜੇ ਵੱਡੀਆਂ ਇੰਡਸਟਰੀਲਿਸਟ ਹੈਗੇ ਨੇ, ਕੰਪਨੀਆਂ ਹੈਗੀਆਂ ਨੇ, ਉਹਨਾਂ ਦੇ ਮਾਲਕਾਂ ਨੂੰ ਮਿਲ ਰਹੇ ਨੇ ਤੇ ਪੰਜਾਬ ਦੇ ਵਿੱਚ ਨਿਵੇਸ਼ ਕਰਨ ਵਾਸਤੇ ਮਤਲਬ ਬੇਨਤੀਆਂ ਕਰ ਰਹੇ ਹੈ, ਸਬਮਿਟ ਕਰਵਾ ਰਹੇ ਹੈ। ਪਰ ਦੂਜੇ ਪਾਸੇ ਮਤਲਬ ਜਿਹੜੀ ਕੰਪਨੀਆਂ ਆ ਰਹੀਆਂ ਨੇ ਤੇ ਉਹਨਾਂ ਦੇ ਪ੍ਰਤੀਨਿਧੀਆਂ ਨੂੰ ਮਿਲਿਆ ਵੀ ਨਹੀਂ ਜਾ ਰਿਹਾ। ਇਹ ਹੈਰਾਨੀ ਵੀ ਸੀਗੀ ਇਸ ਗੱਲ ਦੇ ਉੱਤੇ। ਤਾਂ ਜਦੋਂ ਇਸ ਤੇ ਮੈਂ ਕੱਲ ਅਸੀਂ ਅਧਿਕਾਰੀਆਂ ਨਾਲ ਜਿਹੜੇ ਪੰਜਾਬ ਇਨਵੈਸਟਮੈਂਟ ਦੇ ਹੈਗੇ ਆ ਔਰ ਪਲੱਸ CMO ਦੇ ਵੀ ਹੈਗੇ ਆ, ਦੋਨਾਂ ਨਾਲ ਇਹ ਕ੍ਰਾਸ ਚੈੱਕ ਕੀਤਾ ਤੇ ਵੀ ਕੀ ਮਾਮਲਾ ਕੀ ਆ ਆਖਿਰ। ਤਾਂ ਉਹਨਾਂ ਨੇ ਕਿਹਾ ਵੀ ਇਹ ਠੀਕ ਹੈ ਕਿ ਮੀਟਿੰਗ ਫਿਕਸ ਸੀਗੀ, ਬਟ ਜਿਸ ਦਿਨ ਮੀਟਿੰਗ ਫਿਕਸ ਸੀ ਉਸੇ ਦਿਨ ਉਹਨਾਂ ਦਾ ਹੀ ਜਹਾਜ਼ ਖਰਾਬ ਸੀਗਾ ਤੇ ਕੰਪਨੀ ਨੇ ਹੀ ਖੁਦ ਕਿਹਾ ਕਿ ਅਸੀਂ ਨਹੀਂ ਆ ਸਕਦੇ, ਸਾਡਾ ਜਹਾਜ਼ ਜਿਹੜਾ ਠੀਕ ਨਹੀਂ ਹੈ। ਤੇ ਦੋ ਵਾਰ ਮੀਟਿੰਗਾਂ ਰੱਖੀਆਂ ਤਾਂ ਉਦੋਂ ਤੱਕ ਪੰਜਾਬ 'ਚ ਹੜ੍ਹ ਆ ਗਏ ਤੇ ਦੋਨੋਂ ਵਾਰ CM ਜਿਹੜੇ ਹੈਗੇ ਆ ਉਹ ਹੜ੍ਹ ਦੇ ਪ੍ਰਭਾਵਿਤ ਖੇਤਰਾਂ ਦੇ ਵਿੱਚ ਗਏ ਸੀ। ਇਸ ਕਰਕੇ ਉਹਨਾਂ ਨੂੰ ਕਿਹਾ ਵੀ ਆਪਾਂ ਥੋੜੇ ਦਿਨਾਂ ਬਾਅਦ ਕਰ ਲੈਂਦੇ ਹਾਂ। ਜਿਹੜੀ ਵਾਂਡਰ ਰੰਧਾਵਾ ਸਾਹਿਬ ਕੰਪਨੀ ਹੈਗੀ ਹੈ ਵਾਂਡਰ ਸੀਮੈਂਟ, ਉਹ ਬਹੁਤ ਵੱਡੀ ਸਾਊਥ ਦਾ ਇੱਕ ਬਹੁਤ ਵੱਡਾ ਗਰੁੱਪ ਹੈ। ਜਿਸ ਤਰ੍ਹਾਂ ਸਾਡੇ ਇੱਥੋਂ ਬਹੁਤ ਸਾਰੀਆਂ ਕੰਪਨੀਆਂ UP ਜਾਂ ਬਿਹਾਰ 'ਚ ਆਪਣਾ ਪ੍ਰਸਾਰ ਕਰ ਰਹੀਆਂ ਨੇ, ਇਸੇ ਤਰ੍ਹਾਂ ਹੀ ਸਾਊਥ ਦੀਆਂ ਕੰਪਨੀਆਂ ਨਾਰਥ ਦੇ ਵਿੱਚ ਆਪਣਾ ਪ੍ਰਸਾਰ ਕਰਨਾ ਚਾਹੁੰਦੀਆਂ ਨੇ। ਤਾਂ ਉਹਨਾਂ 'ਚੋਂ ਵਾਂਡਰ ਸੀਮੈਂਟ ਇੱਕ ਬਹੁਤ ਵੱਡਾ ਗਰੁੱਪ ਹੈ ਜਿਹੜਾ ਬਠਿੰਡੇ ਦੇ ਵਿੱਚ 500 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਵੱਡਾ ਸੀਮੈਂਟ ਪਲਾਂਟ ਲਗਾਉਣਾ ਚਾਹੁੰਦਾ ਹੈ। ਇਹ ਵਾਂਡਰ ਗਰੁੱਪ ਹੈ ਜਿਹੜਾ ਬਹੁਤ ਬੜਾ ਹੈਗਾ।
ਤੇ ਇਹ ਬਠਿੰਡੇ ਲਗਾਏਗਾ। ਆਲਰੇਡੀ ਬਠਿੰਡੇ ਦੇ ਵਿੱਚ 2 ਵੱਡੇ ਸੀਮੈਂਟ ਪਲਾਂਟ ਹੈਗੇ ਨੇ, ਇੱਕ ਲਹਿਰਾ ਮੁਹੱਬਤ ACC ਵਾਲਿਆਂ ਦਾ ਔਰ ਇੱਕ ਜਿਹੜਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਨਾਲ ਲੱਗਿਆ ਸੀਗਾ ਜਿਹੜਾ ਅੰਬੂਜਾ ਵਾਲਿਆਂ ਦਾ, ਇਹ ਹੈਗੇ ਹੀ ਨੇ। ਔਰ ਇਹ ਤੀਸਰਾ ਵੱਡਾ ਪਲਾਂਟ ਹੋਏਗਾ। ਕੰਪਨੀ ਇੱਥੋਂ ਮਤਲਬ ਜਿਹੜਾ ਇਹ ਨਾਰਥ ਵਾਲਾ ਜਿਹੜਾ ਸਾਰਾ ਪਾਰਟ ਹੈ ਉਹ ਇੱਥੋਂ ਕਵਰ ਕਰਨਾ ਚਾਹੁੰਦੀ ਹੈ, ਕਿਉਂਕਿ ਉਹਨਾਂ ਨੂੰ ਉੱਥੋਂ ਬਹੁਤ ਜ਼ਿਆਦਾ ਡਿਸਟੈਂਸ ਪੈ ਰਿਹਾ। ਸੋ ਇਹ ਅਜੇ ਉਹ ਨਹੀਂ ਹੈ। ਕੰਪਨੀ ਜਗ੍ਹਾ ਖਰੀਦਣ ਦੀ ਪੂਰੀ ਕਵਾਇਦ ਦੇ ਵਿੱਚ ਹੈ, ਔਰ ਲਗਭਗ ਉਹਨਾਂ ਦੀ ਫਾਈਨਲ ਵੀ ਹੋ ਰਹੀਆਂ ਨੇ। ਸੋ ਲਾਸਟ ਜਿਹੜੀਆਂ ਇੱਕ ਕਹਿੰਦੇ ਹੁੰਦੇ ਅੰਤਮ ਛੂਆਂ ਪ੍ਰੋਜੈਕਟ ਨੂੰ ਦੇਣ ਵਾਲੀਆਂ ਉਹੀ ਚੱਲ ਰਹੀਆਂ ਨੇ। ਇਸੇ ਤਰ੍ਹਾਂ ਹੀ ਜਿਹੜਾ ਦੂਜਾ ਗਰੁੱਪ ਸੀਗਾ ਫਾਰਮਾ ਵਾਲਾ, ਉਹ ਤਾਂ ਸਾਡੇ ਲੁਧਿਆਣੇ ਦਾ ਹੀ ਹੈ। ਲੁਧਿਆਣੇ ਦੇ ਜਿਹੜੇ ਰਜਿੰਦਰ ਗੁਪਤਾ ਹੈਗੇ, ਉਹਨਾਂ ਦੇ ਬ੍ਰਦਰ ਹੈ ਵਰਿੰਦਰ ਗੁਪਤਾ, ਉਹਨਾਂ ਦਾ ਫਾਰਮਾ ਗਰੁੱਪ ਦਾ ਇੱਕ ਪਲਾਂਟ ਹੈਗਾ, ਉਹ ਲੱਗਣਾ ਹੈ। ਉਹ ਵੀ ਇਸੇ ਕਰਕੇ, ਕਿਉਂਕਿ ਦੋਨੋਂ ਵਾਰੀ ਜਿਹੜੀ ਮੀਟਿੰਗ ਸੀ ਉਹ ਹੜ੍ਹਾਂ ਕਰਕੇ ਜਿਹੜੀ ਹੈਗੀ ਹੈ ਉਹ ਕੈਂਸਲ ਕਰਤੀ, ਤੇ ਹੁਣ ਹੜ੍ਹਾਂ ਤੋਂ ਨਿਪਟਣ ਤੋਂ ਬਾਅਦ ਹੀ ਮੈਨੂੰ ਲੱਗਦਾ ਇਹ ਮੀਟਿੰਗਾਂ ਹੋਣਗੀਆਂ। ਸੋ ਇਹ ਕਲੈਰਿਟੀ, ਕਿਉਂਕਿ ਕੱਲ ਗਵਰਨਮੈਂਟ ਵੱਲੋਂ ਆਪਾਂ ਲਗਾਤਾਰ ਉਹਨਾਂ ਨਾਲ ਕੋਸ਼ਿਸ਼ ਕੱਲ ਵੀ ਕਰ ਰਹੇ ਸੀਗੇ ਕਿ ਕਲੈਰਿਟੀ ਇਸ ਤੇ ਮਿਲ ਜੇ, ਕੱਲ ਨਹੀਂ ਹੋ ਸਕਿਆ। ਲੇਕਿਨ ਫਿਰ ਜਦੋਂ ਅਸੀਂ ਬਾਅਦ ਚ ਸ਼ਾਮ ਨੂੰ ਇਸ ਤੋਂ ਦੁਬਾਰਾ ਟਰਾਈ ਕੀਤੀ ਤਾਂ ਫਿਰ ਇਹ ਸਾਰੀ ਉਹਨਾਂ ਨੇ ਚੀਜ਼ ਦੱਸੀ ਕਿ ਸਾਡੇ ਵੱਲੋਂ ਕੋਈ ਉਹ ਨਹੀਂ ਹੈ, ਉਹ ਖੁਦ ਹੀ ਕੰਪਨੀ ਵਾਲੇ ਨਹੀਂ ਆਏ। ਭਾਸਕਰ ਸਾਹਿਬ, ਦੂਜੀ ਖਬਰ ਤੇ ਆਉਂਦੇ ਆ। ਮੈਨੂੰ ਲੱਗਦਾ ਇਹਦੇ ਚ ਜ਼ਿਆਦਾ ਕੁਝ ਕੱਢਣ ਵਾਲਾ ਹੈ ਨਹੀਂ। ਸੋ ਤੁਸੀਂ ਮੈਨੂੰ ਇਹ ਜ਼ਰੂਰ ਦੱਸੋ ਕਿ ਚੰਡੀਗੜ੍ਹ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਜਦੋਂ ਇਹ ਫੈਸਲਾ ਹੋਇਆ ਸੀ ਕਿ ਚੰਡੀਗੜ੍ਹ ਜਾਂ ਟਰਾਈ ਸਿਟੀ ਤੋਂ ਬਾਹਰਲਿਆਂ ਲਈ ਡਬਲ ਪਾਰਕਿੰਗ ਫੀਸ ਦੇਣੀ ਹੋਊਗੀ, ਪੰਜਾਬ ਦੇ ਲੋਕਾਂ ਨੂੰ ਇੰਜ ਲੱਗਿਆ ਜਿੱਦਾਂ ਚੰਡੀਗੜ੍ਹ ਪੂਰਾ ਹੀ ਬੇਗਾਨਾ ਹੋ ਗਿਆ, ਇਹ ਰਾਜਧਾਨੀ ਕੀ ਰਹੀ, ਹੁਣ ਤਾਂ ਇਹਨੂੰ ਇੱਥੇ ਪੈਸੇ ਵੀ ਵੱਧ ਦੇਣੇ ਪੈਣਗੇ। ਇੰਜ ਲੱਗਦਾ ਜਿਵੇਂ ਜਜੀਆ ਨਹੀਂ ਹੁੰਦਾ ਪੁਰਾਣੇ ਸਮਿਆਂ ਚ ਲਾਇਆ ਜਾਂਦਾ ਸੀ। ਸੋ ਬਨਵਾਰੀ ਲਾਲ ਪੁਰੋਹਿਤ ਇਹਦੇ ਤੇ ਕੁਝ ਕਹਿ ਰਹੇ ਨੇ, ਕੀ ਕਹਿ ਰਹੇ ਨੇ, ਇੱਕ ਤਾਂ ਸਾਂਝ ਪਵਾ ਦਿਓ। ਵੈਸੇ ਇਹ ਹੈਰਾਨੀ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ CM ਨੇ ਜਾਂ ਪੰਜਾਬ ਦੇ ਕੈਬਨਿਟ ਨੇ ਇਸ ਮਾਮਲੇ ਨੂੰ ਨਹੀਂ ਉਠਾਇਆ। ਬਣਦਾ ਤਾਂ ਇਹ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਇਹਨੂੰ ਟੇਕ ਅਪ ਕੀਤਾ ਜਾਂਦਾ ਜ਼ੋਰਦਾਰ ਤਰੀਕੇ ਨਾਲ। ਹਾਲਾਂਕਿ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਇਕਾਈ ਨੇ ਕਿਹਾ ਸੀ ਵੀ ਅਸੀਂ ਇਹਦੇ ਖਿਲਾਫ PIL ਪਾਵਾਂਗੇ, ਲੇਕਿਨ ਅਸਲ ਜਿਨ੍ਹਾਂ ਦਾ ਹੱਕ ਹੈ ਚੰਡੀਗੜ੍ਹ ਦੇ ਉੱਤੇ, ਉਹਨਾਂ ਦੀ ਖਾਮੋਸ਼ੀ ਜ਼ਰੂਰ ਤੰਗ ਕਰਦੀ ਰਹੀ। ਭਾਸਕਰ ਸਾਹਿਬ, ਬਨਵਾਰੀ ਲਾਲ ਪੁਰੋਹਿਤ ਤੇ ਕੁਝ ਬੋਲ ਰਹੇ ਆ, ਕੀ ਕਹਿ ਰਹੇ ਆ? ਜਿਆਦਾ ਖਬਰ ਆਈ ਸੀ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਵਿੱਚੋਂ ਆਏ ਹੋਏ ਵਹੀਕਲ ਦੇ ਉੱਤੇ ਡਬਲ ਪਾਰਕਿੰਗ ਫੀਸ ਦੇਣੀ ਪਏਗੀ। ਬੜਾ ਅਜੀਬ ਜਿਹਾ ਲੱਗਿਆ ਸੀ, ਕਿਉਂਕਿ ਅਸੀਂ ਸਦੀਆਂ ਤੋਂ ਸੁਣਦੇ ਆ ਰਹੇ ਹਾਂ। ਸਦੀਆਂ ਇਸ ਕਰਕੇ ਕਵਾਂਗੇ ਕਿ 40 50 60 70 ਸਾਲ ਤੋਂ ਇਹੀ ਸੀ ਵੀ ਚੰਡੀਗੜ੍ਹ ਸਾਡਾ ਹੈ। ਆਪਣੇ ਕੈਪੀਟਲ ਦੇ ਵਿੱਚ ਜਾਣ ਦੇ ਵਿੱਚ ਸਾਨੂੰ ਆਪਣੀ ਪਾਰਕਿੰਗ ਫੀਸ ਡਬਲ ਦੇਣੀ, ਬੜਾ ਅਜੀਬ ਜਿਹਾ ਫੈਸਲਾ ਸੀਗਾ। ਔਰ ਉਹਦੇ ਉੱਤੇ ਪੰਜਾਬ ਸਰਕਾਰ ਦਾ ਚੁੱਪੀ ਸਾਧਨਾ, ਉਹ ਬਹੁਤਾ ਇਸ ਗੱਲ ਨੂੰ ਅਪੋਜ਼ ਨਾ ਕਰਨਾ, ਇਹ ਵੀ ਇੱਕ ਅਜੀਬ ਜੀ ਗੱਲ ਸੀਗੀ। ਪਰ ਹਾਂ, ਬਨਵਾਰੀ ਲਾਲ ਪੁਰੋਹਿਤ, ਜਿਨ੍ਹਾਂ ਦੇ ਉੱਤੇ ਸਾਡੀ ਪੰਜਾਬ ਸਰਕਾਰ ਅਕਸਰ ਇਲਜ਼ਾਮ ਲਾਉਂਦੀ ਹੈ ਵੀ ਪੰਜਾਬ ਦੇ ਹੱਕਾਂ ਦੇ ਉੱਤੇ ਖੜਦੇ ਨਹੀਂ, ਉਹਨਾਂ ਨੇ ਪੰਜਾਬੀਆਂ ਦੇ ਉੱਤੇ ਇੱਕ ਤਰੀਕੇ ਨਾਲ ਪੰਜਾਬੀਆਂ ਦੇ ਨਾਲ ਹੋਏ, ਔਰ ਉਹਨਾਂ ਨੇ ਉਸ ਨਗਰ ਨਿਗਮ ਦੇ ਫੈਸਲੇ ਨੂੰ ਇੱਕ ਤਰੀਕੇ ਨਾਲ ਪਲਟਣ ਵਾਸਤੇ ਕਿਹਾ, ਆਬਜੈਕਸ਼ਨ ਲਾਏ। ਹਾਲਾਂਕਿ ਉਹ ਚੰਡੀਗੜ੍ਹ ਦੇ ਮੇਅਰ ਹਜੇ ਵੀ ਕਹਿ ਰਹੇ ਨੇ ਕਿ ਜੀ ਇਹ ਬਹੁਤ ਜ਼ਰੂਰੀ ਹੈ, ਚੰਡੀਗੜ੍ਹ ਨੂੰ ਆਉਣ ਵਾਲੇ ਟਾਈਮ ਵਿੱਚ ਫਾਇਦਾ ਹੋਏਗਾ। ਪਰ ਬਨਵਾਰੀ ਲਾਲ ਪੁਰੋਹਿਤ ਜਿਹੜੇ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਨੇ ਤੇ ਪੰਜਾਬ ਦੇ ਗਵਰਨਰ ਨੇ, ਉਹਨਾਂ ਨੇ ਬਤੌਰ ਗਵਰਨਰ ਇਹ ਇੱਕ ਵਧੀਆ ਸਟੈਂਡ ਲਿਆ ਔਰ ਇਹ ਕਿਹਾ ਕਿ ਇਸ ਫੈਸਲੇ ਨੂੰ ਪਲਟੋ, ਤੇ ਹੁਣ ਪਲਟਿਆ ਜਾਏਗਾ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਉਸ ਤੋਂ ਬਾਅਦ ਪੰਜਾਬੀਆਂ ਨੂੰ ਚੰਡੀਗੜ੍ਹ ਆਪਣਾ ਜਾਂ ਇੱਕ ਵਾਰ ਫੇਰ ਲੱਗਣਾ ਸ਼ੁਰੂ ਹੋ ਜਾਊ। ਪਲਟਿਆ ਜਾਏਗਾ ਕਿ ਨਹੀਂ, ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਬਨਵਾਰੀ ਲਾਲ ਪੁਰੋਹਿਤ ਨੇ ਇਹ ਗੱਲ ਕਹਿ ਕੇ ਇੱਕ ਤਰ੍ਹਾਂ ਨਾਲ ਆਪਣਾ ਰੋਲ ਨਿਭਾਇਆ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਨਾਲ ਪੰਜਾਬ ਦੇ ਗਵਰਨਰ ਹੋਣ ਦਾ। ਉਹਨਾਂ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਹੁਦਾ ਪੰਜਾਬ ਦੇ ਗਵਰਨਰ ਹੋਣ ਦੀ ਹੈਸੀਅਤ ਵਿੱਚ ਹੀ ਮਿਲਿਆ ਹੋਇਆ। ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ। ਇੰਦਰਪ੍ਰੀਤ ਜੀ, ਮੈਨੂੰ ਬੜਾ ਅਟਪਟਾ ਉਦੋਂ ਵੀ ਲੱਗਿਆ ਸੀ ਜਦੋਂ ਉੱਥੋਂ ਦੇ ਮੇਅਰ ਇਹ ਕਹਿ ਰਹੇ ਸੀਗੇ ਵੀ ਜੇਕਰ ਸਾਨੂੰ ਪੰਜਾਬ ਤੇ ਹਰਿਆਣਾ ਡੰਪ ਲਈ ਜਗ੍ਹਾ ਦੇਣ ਤੇ ਅਸੀਂ ਇੱਥੇ ਸੋਚ ਸਕਦੇ। ਕਿਹੋ ਜਿਹੀ ਨੈਗੋਸੀਏਸ਼ਨ ਹੈ ਬਈ? ਚੰਡੀਗੜ੍ਹ ਦਾ ਕੋਈ ਵੀ ਵਿਅਕਤੀ ਦਾਅਵਾ ਕਰੇ ਵੀ ਉਹੀ ਉਹਦੇ ਫੈਸਲੇ ਲਏਗਾ। ਇਹ ਪੰਜਾਬ ਦੇ ਪਿੰਡ ਉਜਾੜ ਕੇ ਵਸਿਆ, ਅਜੇ ਵੀ ਉਹ ਪਿੰਡ ਬਚਾਓ ਜਾਂ ਉਸ ਤਰ੍ਹਾਂ ਦੀਆਂ ਸੰਘਰਸ਼ ਕਮੇਟੀਆਂ ਕਾਇਮ ਨੇ, ਅਜੇ ਵੀ ਉਹਨਾਂ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਬਹੁਤਾ ਕੁਝ ਨਹੀਂ ਮਿਲਿਆ। ਖੈਰ, ਇਹ ਜ਼ਰੂਰ ਇੱਕ ਟਿੱਪਣੀ ਤੁਹਾਡੀ ਮੈਂ ਚਾਹੂੰਗਾ ਕਿ ਇਸ ਤਰ੍ਹਾਂ ਦੇ ਛੋਟੇ ਸੰਕੀਰਨ ਸੋਚ ਵਾਲੇ ਸਿਆਸਤਦਾਨ ਇਹ ਕਿਉਂ ਭੁੱਲ ਜਾਂਦੇ ਆ ਕਿ ਇਤਿਹਾਸ ਵਿੱਚ ਉਹ ਪੈੜਾਂ ਵੀ ਨੇ ਜਿਨ੍ਹਾਂ ਨੂੰ ਇੱਕ ਨਾ ਇੱਕ ਦਿਨ ਤੁਹਾਨੂੰ ਦੇਖਣਾ ਪੈਣਾ, ਅਣਸਰ ਦੇ ਰੂਪ 'ਚ ਭਾਵੇਂ ਦੇਖਣਾ ਪਵੇ। ਰੰਧਾਵਾ ਸਾਹਿਬ, ਤੁਹਾਨੂੰ ਯਾਦ ਹੋਊਗਾ ਜਿਸ ਦਿਨ ਇਹ ਖਬਰ ਲੱਗੀ ਸੀ, ਮੈਂ ਉਸ ਦਿਨ ਵੀ ਕਿਹਾ ਸੀ ਕਿ ਨਗਰ ਨਿਗਮ ਦਾ ਕਮਿਸ਼ਨਰ ਵੀ ਸਾਡਾ ਹੈ, ਜੁਆਇੰਟ ਕਮਿਸ਼ਨਰ ਵੀ ਸਾਡਾ ਹੈ, ਫਾਈਨਾਂਸ ਸੈਕਟਰੀ ਵੀ ਸਾਡਾ ਹੈ ਔਰ ਪ੍ਰਸ਼ਾਸਕ ਵੀ ਸਾਡਾ ਹੈ, ਮਤਲਬ ਪੰਜਾਬ ਦੇ ਨੇ। ਔਰ ਇਹਨਾਂ ਦੇ ਹੁੰਦੇ ਹੋਏ ਪੰਜਾਬ ਦੇ ਉੱਤੇ, ਮੈਂ ਇਕੱਲਾ ਪੰਜਾਬ ਦੇ ਉੱਤੇ ਨਹੀਂ ਕਹੂੰਗਾ ਕਿਉਂਕਿ ਇਹ ਹਰਿਆਣਾ, ਹਿਮਾਚਲ, ਦਿੱਲੀ ਸਾਰਿਆਂ ਵਾਸਤੇ ਹੀ ਹੈ ਵੀ ਉਹਨਾਂ ਕਿਸੇ ਵੀ ਨੰਬਰਾਂ ਦੀ ਗੱਡੀਆਂ ਆਉਣਗੀਆਂ ਤਾਂ ਅਸੀਂ ਡਬਲ ਚਾਰजेस ਕਰਾਵਾਂਗੇ।
ਸੋ ਇਹ ਫੈਸਲਾ ਉਸੇ ਵਿਆਪਕ ਰੂਪ 'ਚ ਹੀ ਦੇਖਣਾ ਚਾਹੀਦਾ ਵੀ ਇਕੱਲੇ ਪੰਜਾਬ ਦੇ ਰੂਪ 'ਚ ਹੀ ਦੇਖਣਾ ਇਹਨੂੰ ਮੁਨਾਸਿਬ ਨਹੀਂ ਹੈ ਦੂਜੀਆਂ ਸਟੇਟਾਂ। ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਤੁਸੀਂ ਕੱਲ ਸਾਰੀਆਂ ਹੀ ਕੱਲ ਸਾਰੇ ਸ਼ਹਿਰਾਂ ਨੂੰ ਤੁਸੀਂ ਇਹ ਦਾਅਵਤ ਦੇਤੀ ਹੈ ਕਿ ਉਹ ਵੀ ਆਪਣੇ ਆਪਣੇ ਕਾਨੂੰਨ ਬਣਾ ਲੈਣ। ਜਿੱਥੇ ਅਸੀਂ ਇੱਕ ਕਾਨੂੰਨ ਦੀ ਗੱਲ ਕਰ ਰਹੇ ਹਾਂ ਉੱਥੇ ਬਿਲਕੁਲ ਉਲਟਾ ਸਟੈਂਡ ਵੀ ਨਾਲ ਨਾਲ ਲੈ ਰਹੇ ਹਾਂ। ਸੋ ਇਹ ਇੱਕ ਜਿਹੜਾ ਗਲਤ ਫੈਸਲਾ। ਦੂਜਾ, ਚੰਡੀਗੜ੍ਹ ਦੇ ਜਿਹੜੇ ਮੇਅਰ ਨੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈਗੀ ਹੈ ਕਿ ਚੰਡੀਗੜ੍ਹ ਆਪਣੇ ਆਪ 'ਚ ਕੁਝ ਨਹੀਂ ਹੈਗਾ। ਚੰਡੀਗੜ੍ਹ ਦੀ ਆਪਣੇ ਆਪ 'ਚ ਕੋਈ ਹੈਸੀਅਤ ਨਹੀਂ ਹੈਗੀ। ਸਾਰੇ ਲੋਕ ਜਿਹੜੇ ਇੱਥੇ ਦੇ ਨੇ ਉਹ ਦੂਜੀਆਂ ਸਟੇਟਾਂ ਤੋਂ ਆ ਕੇ ਹੀ ਬਸੇ ਹੋਏ ਨੇ। ਦੂਜੀਆਂ ਸਟੇਟਾਂ ਨਾਲ ਉਹਨਾਂ ਦੇ ਰਿਸ਼ਤੇਦਾਰੀਆਂ ਅੱਜ ਵੀ ਦੂਜੀਆਂ ਸਟੇਟਾਂ ਨੇ। ਉਹਨਾਂ ਦੇ ਜਿਹੜੇ ਰਿਸ਼ਤੇਦਾਰ ਇੱਥੇ ਚੰਡੀਗੜ੍ਹ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਆ ਜਾਂ ਕਿਸੇ ਹੋਰ ਰੂਪ 'ਚ ਰਹਿਣ ਵਾਸਤੇ ਆਉਂਦੇ ਆ, ਤਾਂ ਜਦੋਂ ਉਹ ਇੱਥੇ ਸ਼ਾਪਿੰਗਾਂ ਕਰਦੇ ਆ ਤਾਂ ਉਹਦਾ ਜਿਹੜਾ ਟੈਕਸ ਬੈਨੀਫਿਟ ਹੈ ਉਹਨਾਂ ਨੂੰ ਮਿਲਦਾ ਹੈ। ਜੇ ਅੱਜ ਇਹ ਸਾਰੇ ਤੁਸੀਂ ਮਾਈਨਸ ਕਰ ਦੋ ਤੇ ਕੱਲੇ ਚੰਡੀਗੜ੍ਹ ਦੇ ਜਿਹੜੇ ਲੋਕ ਰਹਿ ਰਹੇ ਨੇ ਕੱਲੇ ਉਹਨਾਂ ਤੇ ਰਹਿ ਲਓ ਤੇ ਸ਼ਹਿਰ ਕੋਲੈਪਸ ਹੋਣ ਦੀ ਸਥਿਤੀ ਚ ਆ ਜਾਏਗਾ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਕਿ ਜਿੰਨਾ ਤੋਂ ਸਾਨੂੰ ਕਮਾਈ ਹੋ ਰਹੀ ਹੈ ਉਹਨਾਂ ਦੇ ਉੱਤੇ ਹੀ ਹੋਰ ਆਪਾਂ ਟੈਕਸ ਥੋਪ ਦਿਓ। ਇਹ ਬਜਾਏ ਇਹਦੇ ਕਿ ਯਾਰ ਤੁਸੀਂ ਉਹਨਾਂ ਨੂੰ ਫੈਸਿਲਿਟੇਟ ਕਰੋ ਕਿ ਬਈ ਉਹ ਹੋਰ ਆਣ ਚੰਡੀਗੜ੍ਹ ਦੇ ਵਿੱਚ, ਹੋਰ ਸ਼ਾਪਿੰਗਾਂ ਕਰਨ, ਹੋਰ ਮਤਲਬ ਸਾਡੇ ਟੈਕਸ ਰੈਵਨਿਊ ਚ ਵਾਧਾ ਕਰਨ। ਉਹ ਤਾਂ ਕਿ ਸਮਝ ਆਉਂਦੀ ਹੈ, ਤੁਸੀਂ ਉਲਟਾ ਲੈ ਰਹੇ ਹੋ ਇਸ ਚੀਜ਼ ਨੂੰ। ਸੋ ਇਹ ਚੀਜ਼ਾਂ ਇੱਕ ਮੈਨੂੰ ਸਮਝ ਨਹੀਂ ਆ ਰਹੀਆਂ। ਇੱਕ ਦੂਜਾ ਵੱਡਾ ਇਸ਼ੂ ਜਿਹੜਾ ਸੀਗਾ ਉਹ ਆਮ ਆਦਮੀ ਪਾਰਟੀ ਨੇ ਜਿਹੜੀ ਆਪਣੇ ਆਫਿਸ ਲਈ ਜਗ੍ਹਾ ਮੰਗੀ ਸੀ ਉਹ ਵੀ ਸੀ। ਉਸ ਤੇ ਵੀ ਮਤਲਬ ਕੋਈ ਵੱਡਾ ਅਜੇ ਸਟੈਂਡ ਨਹੀਂ ਲੈ ਰਿਹਾ ਸਰਕਾਰ ਵੱਲੋਂ। ਕੱਲ ਵੀ ਅਸੀਂ ਸੀਐਮ ਸਾਹਿਬ ਨਾਲ ਪਰਸੋਂ ਜਦੋਂ ਮਿਲੇ ਸੀ ਉਹਦੇ ਬਾਰੇ ਗੱਲ ਕੀਤੀ ਸੀਗੀ। ਉਹਨਾਂ ਨੇ ਕਿਹਾ ਵੀ ਪਰ ਉਹ ਮੈਂ ਦੇਖ ਰਿਹਾ ਸੀ ਵੀ ਉਹਨਾਂ ਦੀ ਉਹ ਬੜੀ ਬੇਬਸੀ ਜੀ ਜ਼ਾਹਿਰ ਕਰ ਰਹੀ ਜੀ ਵੀ ਹੁਣ ਕੀ ਕਰੀਏ। ਫਿਰ ਉਹ ਦੇ ਤਾਂ ਰਹੀ ਨਹੀਂ ਕਿ ਹੁਣ ਫਿਰ ਅਸੀਂ ਸੁਪਰੀਮ ਕੋਰਟ 'ਚ ਜਾਈਏ। ਸੋ ਮਤਲਬ ਇਸ ਤਰ੍ਹਾਂ ਦੀ ਬੇਬਸੀ ਜ਼ਾਹਿਰ ਕਰ ਰਹੀ ਸੀ ਕਿ ਯਾਰ ਸਾਨੂੰ ਮਿਲ ਨਹੀਂ ਰਿਹਾ। ਦੇਖੋ ਉਦੋਂ ਵੀ ਉੱਥੇ ਵੀ ਆਪਾਂ ਇਹੀ ਗੱਲ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ, 92 ਸੀਟਾਂ ਨੇ ਉਹਨਾਂ ਕੋਲੇ, 92 ਸੀਟਾਂ ਨਾਲ ਸਰਕਾਰ ਬਣਾਈ ਹੈ, ਉਹਦੀ ਕੈਪੀਟਲ ਹੈ। ਜੇ ਉਸ ਔਰ ਨੈਸ਼ਨਲ ਪਾਰਟੀ ਵੀ ਹੋ ਗਈ ਹੈ, ਫਿਰ 10-10 ਰਾਜ ਸਭਾ ਦੇ ਮੈਂਬਰ ਨੇ, ਮਤਲਬ ਇੱਕ ਲੋਕ ਸਭਾ ਦਾ ਵੀ ਹੁਣ ਪੰਜਾਬ ਤੋਂ ਚਲਾ ਗਿਆ। ਹੁਣ ਵੀ ਜੇ ਉਸ ਪਾਰਟੀ ਨੂੰ ਤੁਸੀਂ ਇੱਕ ਆਫਿਸ ਬਣਾਉਣ ਲਈ ਜਗ੍ਹਾ ਵੀ ਨਹੀਂ ਦੇ ਸਕਦੇ ਤਾਂ ਫਿਰ ਹੋਰ ਕਿਸ ਲਈ ਦੇਣੀ ਹੈ ਜਗ੍ਹਾ? ਮਤਲਬ ਇਹ ਜਿਹੜੀ ਪੰਜਾਬ ਦੇ ਲੋਕਾਂ ਦੀ ਜਗ੍ਹਾ ਹੈ, ਜਿਹੜੀ ਇਸ ਸ਼ਹਿਰ ਨੂੰ ਡਿਵੈਲਪ ਕਰਨ ਵਾਸਤੇ ਲਿੱਤੀ ਹੋਈ ਹੈ, ਫਿਰ ਕਿਸ ਲਈ ਦੇਣੀ ਹੈ? ਠੀਕ ਹੈ, ਜਿਹੜੇ ਸੰਗਠਨ ਨੇ ਮਤਲਬ ਜਿਵੇਂ ਰਾਮਗੜੀਆ ਭਵਨ ਹੈ, ਹੋਰ ਹਿਮਾਚਲ ਭਵਨ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਨਾ ਦਿਓ, ਲੇਕਿਨ ਕਮ ਸੇ ਕਮ ਜਿਹੜੀਆਂ ਸਰਕਾਰਾਂ ਨੇ ਜਾਂ ਪੋਲੀਟੀਕਲ ਪਾਰਟੀਆਂ ਨੇ ਵੱਡੀਆਂ, ਉਹਨਾਂ ਨੂੰ ਤਾਂ ਦੇਣੀਆਂ ਬਣਦੀਆਂ ਹੀ ਨੇ ਜੀ। ਇਹ ਜਿਹੜੀ ਬੇਬਸੀ, ਇਹ ਲਾਚਾਰੀ ਆ ਨਾ, ਇਹ ਕਮਜ਼ੋਰੀਆਂ ਚ ਆਉਂਦੀ ਆ ਇੰਦਰਪ੍ਰੀਤ ਜੀ। ਸਵਾਲ ਇਹਨਾਂ ਦੇ ਲੜਨ ਦਾ ਹੈ, ਇਹ ਲੜਨਾ ਭੁੱਲ ਗਿਆ ਜਾਂ ਇਹਨਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਰਿਹਾ ਕਿ ਲੜ ਸਕਦੇ ਨੇ। ਪਾਰਟੀਆਂ ਜਿਹੜੀਆਂ 92 ਐਮਐਲਏ ਨਾਲ ਹੋਣ ਤੇ ਬਾਕੀ ਸੀਟਾਂ ਤੇ ਵੀ ਉਹਨਾਂ ਨੂੰ ਚੰਗੀਆਂ ਵੋਟਾਂ ਪਈਆਂ ਹੋਣ, ਲਗਭਗ 60% ਵਾਂਗ ਮੇਰੇ ਖਿਆਲ 50 ਤੋਂ 60% ਪੋਲ ਹੋਈਆਂ ਵੋਟਾਂ ਦਾ ਹਿੱਸਾ ਖਿੱਚ ਕੇ ਜਿਹੜੀ ਪਾਰਟੀ ਲੈ ਗਈ ਹੋਵੇ ਤੇ ਉਹ ਪਾਰਟੀ ਨੂੰ ਲੜਨਾ ਨਾ ਆਵੇ, ਉਹ ਗਵਰਨਰ ਮਨਾ ਕਰ ਦੇਣ ਜਾਂ ਪ੍ਰਸ਼ਾਸਕ ਚੰਡੀਗੜ੍ਹ ਮਨਾ ਕਰ ਦੇਣ ਤੇ ਉਹ ਇੱਕ ਲਫ਼ਜ਼ ਨਾ ਬੋਲਣ, ਉੱਥੇ ਡਬਲ ਪਾਰਕਿੰਗ ਫੀਸ ਲਾਤੀ ਜਾਵੇ ਤਾਂ ਇਹ ਚੁੱਪ ਧਾਰ ਜਾਣ। ਕਿਸੇ ਵੀ ਮਾਮਲੇ ਦੇ ਉੱਤੇ ਇਹ ਖੁੱਲ ਕੇ ਕੋਈ ਐਜੀਟੇਸ਼ਨ ਕਰਨ ਦੇ ਸਮਰੱਥ ਹੀ ਨਹੀਂ ਰਹੀਆਂ ਸਿਆਸੀ ਪਾਰਟੀਆਂ ਪੰਜਾਬ ਦੀਆਂ। ਇਹੀ ਇਹਨਾਂ ਦੀ ਹੋਣੀ ਹੈ। ਜਦੋਂ ਰਾਮਗੜੀਆ ਭਵਨ ਜਾਂ ਕਿਸੇ ਹੋਰ ਭਵਨ ਦੀ ਗੱਲ ਇੰਦਰਪ੍ਰੀਤ ਜੀ ਕਰ ਰਿਹਾ ਤਾਂ ਉਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਖਾਸ ਵਰਗ ਲਈ ਨਹੀਂ ਹੈ, ਉਹ ਇੱਕ ਉਦਾਹਰਨ ਵਜੋਂ ਆ। ਦੋਸਤੋ, ਇਹਨੂੰ ਕਿਤੇ ਇੰਜ ਨਾ ਲਿਓ। ਤੇ ਮੈਂ, ਕਿਉਂਕਿ ਹੁਣ ਆਪਾਂ ਨੂੰ ਅੱਗੇ ਵਧਣਾ ਚਾਹੀਦਾ, ਭਾਸਕਰ ਸਾਹਿਬ ਬੜੀ ਕਾਹਲੀ ਦੇ ਵਿੱਚ ਜਿੱਦਾਂ ਤੁਸੀਂ ਅੱਜ ਕੱਲ ਕਰ ਰਹੇ ਹੋ, ਮੈਨੂੰ ਬੜਾ ਤੁਹਾਡਾ ਅੰਦਾਜ਼ ਪਸੰਦ ਹੈ। ਓਪੀ ਸੋਨੀ ਦੇ ਮਾਮਲੇ 'ਚ ਅਦਾਲਤ 'ਚ ਸੁਣਵਾਈ ਸੀ, ਉਹਨਾਂ ਜ਼ਮਾਨਤ ਮੰਗੀ ਹੋਈ ਸੀ ਤੇ ਰਾਜਜੀਤ ਦੇ ਮਾਮਲੇ 'ਚ ਵੀ ਉਹਨਾਂ ਦੀਆਂ ਜਾਇਦਾਦਾਂ ਅਟੈਚ ਕਰਨ ਦੀ ਪ੍ਰਕਿਰਿਆ, ਹਾਲਾਂਕਿ ਭਗੌੜਾ ਤੇ ਉਹਨਾਂ ਨੂੰ ਕਰਾਰ ਦਿੱਤਾ ਹੀ ਜਾ ਚੁੱਕਿਆ। ਤੇ ਇਹਦੇ ਨਾਲ ਨਾਲ ਰਕੇਸ਼ ਸਿੰਗਲਾ ਜਿਹੜੇ ਵਿਦੇਸ਼ ਚਲੇ ਗਏ ਸੀ ਔਰ ਆਸ਼ੂ ਵਾਲੇ ਮਾਮਲੇ 'ਚ ਨਾਮਜ਼ਦ ਵੀ ਸੀਗੇ। ਭਾਰਤ ਭੂਸ਼ਣ ਆਸ਼ੂ ਤਾਂ ਕਈ ਦਿਨ ਅੰਦਰ ਰਹਿ ਕੇ ਆਏ, ਇਹ ਬਾਹਰ ਚਲੇ ਗਏ ਤੇ ਹੁਣ ਉਹਨਾਂ ਦੇ ਵੀ ਪ੍ਰਾਪਰਟੀਜ਼ ਦੇ ਮਾਮਲੇ 'ਚ ਕੁਝ ਨੋਟਿਸ ਜਾ ਰਹੇ ਨੇ, ਜਿਵੇਂ ਤੁਸੀਂ ਦੱਸਿਆ। ਔਰ ਭਰਤਿੰਦਰ ਸਿੰਘ ਚਹਿਲ ਨਾਲ ਸੰਬੰਧਿਤ ਵੀ ਖਬਰ ਹੈ। ਇਹ ਚਾਰਾਂ ਖਬਰਾਂ ਦਾ ਇੱਕ ਗੁਲਦਸਤਾ ਬਣਾ ਦਿਓ ਤੇ ਸਾਂਝ ਪਵਾ ਦਿਓ। ਵਿਜੀਲੈਂਸ ਬਿਊਰੋ ਤੋਂ ਰਿਲੇਟਡ 4 ਕੁ ਖਬਰਾਂ ਕੱਲ ਪ੍ਰੋਮੀਨੈਂਸ ਤਰੀਕੇ ਨਾਲ ਅੱਗੇ ਆਈ ਸੀਗੀ ਔਰ ਉਹਦੇ ਵਿੱਚੋਂ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਰਾਜਜੀਤ ਦੀ। ਰਾਜਜੀਤ ਜਿਹੜੇ ਫਾਰਮਰ AIG ਯਾਨੀ SSP ਵੀ ਰਹਿ ਚੁੱਕੇ ਨੇ ਪਹਿਲੇ, ਉਹਨਾਂ ਨੂੰ 17 ਅਪ੍ਰੈਲ ਨੂੰ ਡਰੱਗ ਦੇ ਮੁੱਦੇ ਦੇ ਉੱਤੇ ਔਰ ਉਹ ਅਰੈਸਟਡ ਇੰਸਪੈਕਟਰ ਇੰਦਰਜੀਤ, ਜਿਹੜਾ 2017 ਦੇ ਵਿੱਚ ਇੱਕ ਕੇਸ ਜਿਹਦੇ ਉੱਤੇ ਹੋਇਆ ਸੀਗਾ, ਉਸ ਕੇਸ ਦੇ ਵਿੱਚ ਹੀ ਰਾਜਜੀਤ ਨੂੰ ਵੀ ਨਾਮਜ਼ਦ ਕੀਤਾ ਸੀ ਔਰ 17 ਅਪ੍ਰੈਲ ਨੂੰ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਤੁਸੀਂ ਪਿਛਲੇ 1.5 ਮਹੀਨੇ ਤੋਂ ਘੱਟ 3 ਵਾਰ ਏਦਾਂ ਦੀ ਖਬਰ ਪੜ੍ਹੀ ਹੋਏਗੀ
कि राजजीत ने यह पटिशन पाई है, हुण अपनी बरखास्तगी को चैलेंज किया है, बेल पटिशन पाई, वो सारी रिजैक्ट हो चुकी सी। और कल मोहाली कोर्ट दे विच उन्हां नूं पीओ डिकलेयर कर दिता गया, प्रोक्लेम्ड ऑफेंडर भगौड़ा, और नाल दे नाल उन्हां दी प्रॉपर्टीज नूं अटैच करन दा भी प्रोसैस शुरू हो चुकिया है। राजजीत उन्हां दी मुश्किलां हुण वधन गया। हालांकि राजजीत दे वकील ने यह प्ली दी कि हजे तक उन्होंने सुप्रीम कोर्ट जाण दी अपनी ऑप्शन नूं यूज नहीं किया, पर फिर भी मोहाली कोर्ट ने उन्हां नूं पीओ डिकलेयर करता। दूजी खबर हैगी है राकेश सिंगला, उन्हां दी तुहानूं याद होएगा टोआ टवाई दे केस दे विच, जिहदे विच आशू भारत भूषण आशू जिहड़े फॉर्मर फूड एंड सिविल सप्लाई मिनिस्टर ने, उन्हां नूं जेल तक जाना पिया सी, वो कनाडा भज गए सीगे। उन्हां नूं पहले ही पीओ डिकलेयर कर दिता गया सी, एलओसी जारी हो चुकी सी, ते हुण उन्हां दी 4 प्रॉपर्टीज नूं आइडेंटिफाई करके लुधियाने दी सैशन जज ਜਿਹੜੇ ਅਜੀਤ ਅਤਰੀ ਨੇ, ਡਾਕਟਰ ਅਜੀਤ ਅਤਰੀ, ਉਹਨਾਂ ਦੇ ਆਰਡਰ ਨੂੰ ਉਹਨਾਂ ਦੀ 4 ਕੋਠੀਆਂ ਦੇ ਸਾਹਮਣੇ, ਉਹਨਾਂ ਦੀ ਪ੍ਰਾਪਰਟੀ ਦੇ ਸਾਹਮਣੇ ਕੱਲ ਪੋਸਟਰ ਲਾ ਦਿੱਤੇ ਗਏ ਨੇ ਕਿ ਕੋਈ ਵੀ ਇਹਨਾਂ ਪ੍ਰਾਪਰਟੀਆਂ ਵੱਲ ਅੱਖ ਨਾ ਕਰੇ, ਕਿਉਂਕਿ ਅਸੀਂ ਕਰ ਲਈਆਂ ਅਟੈਚ, ਤੇ ਬਾਅਦ ਚੋਂ ਜਿਹੜੀ ਰਿਕਵਰੀ ਇਹਨਾਂ ਕੋਠੀਆਂ ਨੂੰ ਵੇਚ ਕੇ ਹੋਏਗੀ। ਔਰ 6 ਇਦਾਂ ਦੀ ਹੋਰ ਪ੍ਰਾਪਰਟੀਜ਼ ਨੂੰ ਵੀ ਆਇਡੈਂਟੀਫਾਈ ਕਰ ਚੁੱਕੀ ਹੈ ਵਿਜੀਲੈਂਸ ਬਿਊਰੋ, ਔਰ ਅਦਾਲਤ ਦੇ ਵਿੱਚ ਇਹਦੇ ਬਾਰੇ ਚ ਵੀ ਅਟੈਚਮੈਂਟ ਦਾ ਕੇਸ ਪੈਂਡਿੰਗ ਹੈਗਾ। ਹੁਣ ਗੱਲ ਕਰੀਏ ਉਹ BIS ਚਾਲ ਅਲਕਜ਼ਾਰ, ਜਿਹੜਾ ਸ਼ਾਨਦਾਰ ਇੱਕ ਆਲੀਸ਼ਾਨ ਮੈਰਿਜ ਪੈਲੇਸ ਸੀਗਾ, ਔਰ ਹੋਰ ਕਈ ਪ੍ਰਾਪਰਟੀਆਂ ਦਾ ਜ਼ਿਕਰ ਕਈ ਵਾਰ ਅਸੀਂ ਕਰ ਚੁੱਕੇ ਹਾਂ। 305% ਤੋਂ ਵੀ ਵੱਧ ਉਹਨਾਂ ਦੀ ਇਨਕਮ ਖਰਚੇ ਤੋਂ ਵੱਧ, ਯਾਨੀ ਖਰਚੇ ਉਹਨਾਂ ਦੇ ਜ਼ਿਆਦਾ ਸੀਗੇ 305%, ਔਰ ਇਨਕਮ ਘੱਟ ਸੀਗੀ। ਉਸ ਕੇਸ ਦੇ ਵਿੱਚ ਵੀ ਰੇਡ ਲਗਾਤਾਰ ਜਾਰੀ ਹੈ, ਔਰ ਕਾਫੀ ਸਾਰੀ ਵਾਰਨਿੰਗ ਦੇਣ ਤੋਂ ਬਾਅਦ ਵੀ ਹੁਣ BIS ਚਾਲ ਹਜੇ ਤੱਕ ਤੇ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਨਹੀਂ ਹੋਏ। ਔਰ ਦਿੱਲੀ, ਹਿਮਾਚਲ, ਪਟਿਆਲਾ ਔਰ ਕਾਫੀ ਸਾਰੀ ਇਸ ਤਰ੍ਹਾਂ ਦੀ ਜਗ੍ਹਾ ਜਿੱਥੇ ਉਹ ਹੋ ਸਕਦੇ ਆ, ਉੱਥੇ ਪੁਲਿਸ ਦੀ ਰੇਡਸ ਜਾਰੀ ਹੈ। ਚੌਥਾ ਕੇਸ ਸੀਗਾ ਓਮ ਪ੍ਰਕਾਸ਼ ਸੋਨੀ, ਉਹ ਵੀ ਡਿਸਪ੍ਰੋਪੋਰਸ਼ਨੇਟ ਆਫ ਅਸੈਟ ਦਾ ਕੇਸ ਹੈ। ਉਹਨਾਂ ਦੀ ਵੀ ਇੰਟਰੀਮ ਬੇਲ ਦੀ ਇੱਕ ਐਪਲੀਕੇਸ਼ਨ ਲੱਗੀ ਹੋਈ ਸੀ, ਔਰ ਉਹ ਵੀ ਕੱਲ ਹੋ ਗਈ ਹੈ ਰਿਜੈਕਟ। ਫਿਲਹਾਲ ਉਹ ਹਸਪਤਾਲ ਦੇ ਵਿੱਚ ਹੈਗੇ ਨੇ, ਇਲਾਜ ਕਰਾ ਰਹੇ ਨੇ, ਕਿਉਂਕਿ ਜਦੋਂ ਤੋਂ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਅਰੈਸਟ ਕੀਤਾ ਹੈ, ਉਹਨਾਂ ਦੀ ਤਬੀਅਤ ਖਰਾਬ ਚੱਲ ਰਹੀ ਹੈ, ਪਰ ਇਸ ਕੇਸ ਦੇ ਵਿੱਚ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਫਿਲਹਾਲ। ਜੀ, ਸੋਨੀ ਸਾਹਿਬ ਨੂੰ ਤਾਂ ਇਹ ਵੀ ਸਦਮਾ ਵੱਡਾ ਜਿਹੜਾ ਘੇਰ ਲਿਆ ਉਹਨੇ, ਕਿ ਜਿਹੜੇ ਕੱਲ ਤੱਕ ਸਾਡੇ ਤੋਂ ਟਰਾਂਸਫਰਸ ਕਰਵਾਉਂਦੇ ਸੀ, ਸਾਡੇ ਤੋਂ ਕੰਮ ਲੈਂਦੇ ਸੀ, ਉਹੋ ਹੀ ਸਾਨੂੰ ਸਵਾਲ ਕਰਦੇ ਆ। ਉਹ ਪੁਲਿਸ ਵਾਲਿਆਂ ਨਾਲ ਬੜੇ ਖਫਾ ਨੇ, ਭਾਵੇਂ ਉਹ ਵਿਜੀਲੈਂਸ ਵਾਲੇ ਅੱਜ ਕੱਲ ਨੇ, ਪਰ ਉਹਨਾਂ ਨੂੰ ਉਹ ਸਮਝਦੇ ਆ ਵੀ ਇਹਨਾਂ ਨਾਲ ਤਾਂ ਇਹਨਾਂ ਦੀ ਤਾਂ ਅਸੀਂ ਮਦਦ ਕਰਦੇ ਰਹੇ ਆ। ਪਤਾ ਨਹੀਂ ਹੁਣ ਉਹਨਾਂ ਦਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਹੀ ਗਿਲਾ ਹੈ। ਖੈਰ, ਇਹ ਤਾਂ ਸੋਨੀ ਸਾਹਿਬ ਦੱਸਣਗੇ ਜਦੋਂ ਬਾਹਰ ਆਉਣਗੇ, ਪ੍ਰੈਸ ਕਾਨਫਰੰਸ ਵੀ ਕਰਨਗੇ ਸ਼ਾਇਦ। ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿ ਦਿਆਂ ਕਿ ਰਾਕੇਸ਼ ਸਿੰਗਲਾ ਵਰਗੇ ਵਿਅਕਤੀ ਜਦੋਂ ਬਾਹਰ ਚਲੇ ਗਏ, ਉਸ ਤੋਂ ਬਾਅਦ ਤੁਸੀਂ LOC ਜਾਰੀ ਕਰਤੀ, ਇਹਨਾਂ ਦੇ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ 'ਚ ਕੀ ਮੁਸ਼ਕਲ ਆਉਂਦੀ ਹੈ? ਕਿਉਂਕਿ ਜਦੋਂ ਕਿਸੇ ਦਾ ਪਾਸਪੋਰਟ ਤੁਸੀਂ ਰੱਦ ਕਰ ਦਿੰਦੇ ਹੋ ਤਾਂ ਫਿਰ ਉਹਨੂੰ ਵਿਦੇਸ਼ ਵਿੱਚ ਟਰੈਵਲ ਕਰਨ ਦੀ ਵੀ ਮੁਸ਼ਕਲ ਬਣ ਜਾਂਦੀ ਆ। ਉਹਨਾਂ ਨੂੰ ਫਿਰ ਛਿਪ ਕੇ ਹੀ ਰਹਿਣਾ ਪੈਂਦਾ ਹੈ ਬਾਹਰ ਵੀ। ਉਹ ਫਿਰ ਉਹ ਨਾਗਰਿਕ ਵਜੋਂ ਕਿਸੇ ਵੀ ਸਟੇਟ ਦੇ ਨਾਗਰਿਕ, ਦੇਸ਼ ਦੇ ਨਾਗਰਿਕ ਵਜੋਂ ਵਿਚਰ ਨਹੀਂ ਸਕਦੇ। ਬੜੀ ਮੁਸ਼ਕਲ ਖੜੀ ਹੋ ਜਾਂਦੀ ਹੈ। ਉਹ ਖੈਰ ਇਹ ਕੀਤਾ ਤਾਂ ਜਾ ਰਿਹਾ ਹੋਊਗਾ। ਮੈਂ ਇੰਦਰਪ੍ਰੀਤ ਜੀ ਅਗਲੀ ਖਬਰ ਤੇ ਆਵਾਂ। ਕਾਂਗਰਸੀਆਂ ਨੂੰ ਇਹ ਸਾਬਤ ਕਰਨ 'ਚ ਬੜੀ ਮੁਸ਼ਕਲ ਆ ਰਹੀ ਆ ਵੀ ਅਸੀਂ ਵਿਰੋਧੀ ਧਿਰ ਹਾਂ। ਜਦੋਂ ਇੰਜ ਲੱਗਣ ਲੱਗਦਾ ਹੈ ਕਿ ਅੱਛਾ ਇਹ ਤਾਂ ਇਹਨਾਂ ਦੀ ਤਾਂ ਜੱਫੀ ਪੈ ਗਈ, ਸਾਂਝ ਪੈ ਗਈ, ਪਤਾ ਨਹੀਂ ਸੀਟਾਂ ਦੀ ਵੰਡ ਹੋ ਜਾਣੀ ਆ ਕੱਲ ਨੂੰ ਕਿਤੇ, ਮਤਲਬ ਇਹ ਕਈ ਤਾਂ ਬਹੁਤੇ ਅੱਗੇ ਵੱਧ ਜਾਂਦੇ, ਕਹਿੰਦੇ ਇਹ ਨਾ ਹੋਵੇ ਵੀ ਕੋਈ 2-4 ਮੰਤਰੀ ਇਹਨਾਂ ਦੇ ਲੈ ਜਾਣ, 2 ਮੰਤਰੀ। ਪਰ ਇਹ ਸਾਰਿਆਂ ਨੂੰ ਪਤਾ ਵੀ ਹਾਸੇ ਮਜ਼ਾਕ ਦੀਆਂ ਗੱਲਾਂ ਨੇ, ਐਸੀ ਸਥਿਤੀ ਕਦੇ ਨਹੀਂ ਬਣਦੀ। ਕਾਂਗਰਸੀ ਇਹ ਬਚ ਰਹੇ ਆ ਵੀ ਬਚ ਕੇ ਲੰਘ ਜੋ, ਸਾਨੂੰ ਖਾ ਜੂਗੀ ਆਮ ਆਦਮੀ ਪਾਰਟੀ, ਹਾਏ ਰੱਬਾ ਕੁਛ ਹੋ ਜੇ, ਸਾਨੂੰ ਇਹਨਾਂ ਨਾਲ ਸਮਝੌਤਾ ਨਾ ਕਰਨਾ ਪਵੇ, ਪੰਜਾਬ ਦੇ ਵਿੱਚ ਸਾਡੀ ਇੱਕ ਵੀ ਸੀਟ ਨਾ ਆਵੇ, ਪਰ ਸਾਨੂੰ ਸੱਤਾ ਨਾਲ ਖਲੋਤੇ ਨਾ ਦਿਖਾਓ। ਤੇ ਇਹਦੇ ਇਸੇ ਹੀ ਸੰਦਰਭ ਦੇ ਵਿੱਚ ਉਹ ਹੜ੍ਹਾਂ ਨਾਲ ਜੁੜੇ ਮਾਮਲਿਆਂ 'ਚ, ਮੁਆਵਜ਼ੇ ਨਾਲ ਜੁੜੇ ਮਾਮਲਿਆਂ 'ਚ ਲਗਾਤਾਰ ਧਰਨੇ ਦੇ ਰਹੇ ਆ। 4 ਕੁ ਧਰਨੇ ਉਹ ਦੇ ਚੁੱਕੇ ਇੰਦਰਪ੍ਰੀਤ ਜੀ। ਤੇ ਇੱਕ ਹੜ੍ਹਾਂ ਦੀ ਸਥਿਤੀ ਬਾਰੇ ਵੀ ਥੋੜੀ ਜਿਹੀ ਡਿਟੇਲ ਜ਼ਰੂਰ ਦੇ ਦਿਓ। ਵੈਸੇ ਕਾਂਗਰਸੀਆਂ ਦਾ ਦੁੱਖ ਅਜੀਬੋ ਗਰੀਬ ਆ। ਸਿਆਸਤਦਾਨ ਸੱਤਾ ਨਾਲ ਚਿੰਬੜਨ ਲਈ ਜ਼ੋਰ ਲਾਉਂਦੇ ਆ ਵੀ ਹਾਏ ਗੱਠਜੋੜ ਹੋ ਜੇ, ਸੱਤਾ ਦਾ ਸਵਾਦ ਬਣਿਆ ਹੀ ਰਵੇ। ਪਰ ਇਹ ਵੇਖੋ ਇਹਨਾਂ ਦੀ ਤਰਾਸਦੀ, ਇਹ ਜ਼ੋਰ ਲਾ ਰਿਹਾ ਵੀ ਅਸੀਂ ਨਾ ਸੱਤਾ ਤੋਂ ਦੂਰ ਕਿੰਨੇ ਨਜ਼ਰ ਆਈਏ, ਅਸੀਂ ਲੜਦੇ ਜਿਸ ਤਰ੍ਹਾਂ ਚਾਹੁੰਦੇ। ਉਹ ਕਹਿੰਦੇ ਨਹੀਂ ਲੜਨਾ। ਕੇਜਰੀਵਾਲ ਸਾਹਿਬ ਤੇ ਉਹਨਾਂ ਦੀ ਪਾਰਟੀ ਵੀ ਲਗਾਤਾਰ ਕਹਿੰਦੀ ਹੈ ਵੀ ਸਾਨੂੰ ਦੱਸੋ ਤੁਸੀਂ ਸਾਡੇ ਨਾਲ ਹੈਗੇ ਹੋ ਕਿ ਨਹੀਂ ਹੈਗੇ। ਵੇਖੋ ਕਿਹੋ ਜਿਹੇ ਮੰਜ਼ਰ ਬਣੇ ਪਏ ਜੀ, ਬੋਲਿਓ ਜਰਾ। ਰੰਧਾਵਾ ਸਾਹਿਬ ਬਿਲਕੁਲ ਤੁਸੀਂ ਠੀਕ ਗੱਲ ਕੀਤੀ ਹੈ। ਅਸਲ 'ਚ ਗੱਲ ਪਰਸੈਪਸ਼ਨ ਦੀ ਹੈ। ਜਦੋਂ ਪਰਸੈਪਸ਼ਨ ਇੱਕ ਬਣ ਜਾਂਦੀ ਹੈ ਫਿਰ ਉਹਨੂੰ ਤੋੜਨਾ ਬੜਾ ਮੁਸ਼ਕਿਲ ਹੋ ਜਾਂਦਾ। ਤੁਸੀਂ ਦੇਖੋ ਕਿ ਹੁਣ ਜਦੋਂ ਔਰ ਕਈ ਫੈਸਲੇ ਵੀ ਇਦਾਂ ਦੇ ਹੁੰਦੇ ਆ ਜਿਹੜੇ ਹਾਈ ਕਮਾਂਡ, ਪਾਰਟੀਆਂ ਦੀ ਹਾਈ ਕਮਾਂਡ ਕੁਝ ਹੋਰ ਲੈਂਦੀਆਂ ਨੇ ਤੇ ਉਹਨਾਂ ਦਾ ਧਰਾਤਲ ਤੇ ਅਸਰ ਕੁਝ ਬਿਲਕੁਲ ਡਿਫਰੈਂਟ ਤਰ੍ਹਾਂ ਦਾ ਹੁੰਦਾ ਹੈ, ਜਾਂ ਐਂ ਕਹੀਏ ਵੀ ਸਟੇਟਾਂ ਦੇ ਵਿੱਚ ਬਿਲਕੁਲ ਡਿਫਰੈਂਟ ਤਰ੍ਹਾਂ ਦਾ ਹੁੰਦਾ ਹੈ।
ਖਾਸ ਤੌਰ ਤੇ ਇਹ ਜਿਹੜੀ ਲੜਾਈ ਹੈਗੀ ਹੈ ਉਹ ਇੱਕ ਦਿੱਲੀ ਔਰ ਪੰਜਾਬ, ਇਹ ਦੋਨਾਂ ਦੇ ਵਿੱਚ ਬਹੁਤ ਅਜੀਬੋ-ਗਰੀਬ ਹੋ ਗਈ ਹੈ। ਦੋਨੋਂ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਤੇ ਕਾਂਗਰਸ ਇੱਥੇ ਤਾਂ ਮੁੱਖ ਵਿਰੋਧੀ ਧਿਰ ਦੇ ਵਿੱਚ ਹੈਗੀ ਹੈ, ਪਰ ਉੱਥੇ ਵੀ 10-15 ਸਾਲ ਲਗਾਤਾਰ ਉਹਨੇ ਰਾਜ ਕੀਤਾ ਹੈਗਾ। ਇਸ ਕਰਕੇ ਉੱਥੇ ਵੀ ਉਹ ਆਪਣੇ ਆਪ ਨੂੰ ਇੱਕ ਮਜ਼ਬੂਤ ਪਾਰਟੀ ਵਜੋਂ ਹੀ ਦਿਖਾਣਾ ਚਾਹੁੰਦੇ ਕਿ ਅਸੀਂ ਮਜ਼ਬੂਤ ਪਾਰਟੀ ਦੇ ਤੌਰ ਤੇ ਹੈਗੇ ਹਾਂ। ਹੁਣ ਦਿੱਕਤ ਇਹ ਹੈ ਕਿ ਜੇ ਉਹਨਾਂ ਦੇ ਲੀਡਰ ਜਿਹੜੇ ਸਥਾਨਕ ਲੀਡਰ ਹੈਗੇ ਆ ਉਹ ਇਦਾਂ ਦੀ ਕੋਈ ਕੋਸ਼ਿਸ਼ ਕਰਦੇ ਆ ਵੀ ਨਹੀਂ ਅਸੀਂ ਤਾਂ ਸਾਡੀ ਆਪਣੀ ਇੱਕ ਹੋਂਦ ਹੈ, ਅਸੀਂ ਆਪਣੀ ਲੜਾਈ ਆਪ ਲੜਾਂਗੇ, ਤਾਂ ਫਿਰ ਇਹ ਹਾਈ ਕਮਾਂਡਾਂ ਉਹਦੀ ਜਿਹੜੀਆਂ ਹੈਗੀਆਂ ਨੇ ਉਹ ਝਾੜ ਦਿੰਦੀਆਂ। ਜਿਵੇਂ ਕਿ ਤੁਹਾਨੂੰ ਦੇਖਿਆ ਹੋਣਾ ਹਲਕਾ ਲਾਂਬਾ ਵਾਲੇ ਕੇਸ ਆਪਾਂ ਆਲਰੇਡੀ ਦੇਖ ਚੁੱਕੇ ਹਾਂ। ਇੱਥੇ ਵੀ ਜਿਹੜਾ ਹੈਗਾ ਜਿਹੜੇ ਰਾਜਾ ਵੜਿੰਗ ਹੈਗੇ ਨੇ ਔਰ ਪ੍ਰਤਾਪ ਸਿੰਘ ਬਾਜਵਾ ਹੈਗੇ ਦੋਨੋਂ, ਕਿਉਂਕਿ ਇੱਕ ਲੀਡਰ ਆਪੋਜੀਸ਼ਨ ਇੱਕ ਪ੍ਰਧਾਨ ਹੈ ਸਟੇਟ ਯੂਨਿਟ ਦਾ, ਉਹਨਾਂ ਨੂੰ ਤਾਂ ਜਿਹੜੇ ਲੋਕ ਫਿਰ ਪੁੱਛਦੇ ਆ ਜਾਂ ਉਹਨਾਂ ਦੇ ਖੁਦ ਦੇ ਐਮਐਲਏ ਜਿਹੜੇ ਪੁੱਛਦੇ ਆ, ਵਰਕਰ ਪੁੱਛਦੇ ਆ, ਨੇਤਾ ਪੁੱਛਦੇ ਆ ਵੀ ਅਸੀਂ ਉਹਨਾਂ ਨਾਲ ਹੈਗੇ ਆ ਕਿ ਨਹੀਂ ਹੈਗੇ, ਸਾਨੂੰ ਸੀਟਾਂ ਕਿੰਨੀਆਂ ਮਿਲਣਗੀਆਂ, ਇਸ ਤਰ੍ਹਾਂ ਦੀਆਂ ਜਦੋਂ ਚਰਚਾਵਾਂ ਚੱਲਦੀਆਂ ਨੇ ਤਾਂ ਉਹਨਾਂ ਦੇ ਜਵਾਬ ਦੇਣੇ ਕਈ ਵਾਰ ਫਿਰ ਮੁਸ਼ਕਿਲ ਹੋ ਜਾਂਦੇ ਆ। ਸੋ ਹੁਣ ਜਿਹੜੇ 6 ਧਰਨੇ ਲਗਾਏ ਆ ਵੱਖ-ਵੱਖ ਪਾਰਟੀ ਨੇ, ਅਲੱਗ-ਅਲੱਗ ਜਗ੍ਹਾ ਤੇ ਲਗਾਏ ਨੇ। ਇੱਕ ਤਾਂ ਹੜ੍ਹ ਪ੍ਰਭਾਵਿਤ ਏਰੀਆਜ਼ ਦੇ ਵਿੱਚ ਲਗਾਏ ਨੇ, ਲਾਲਚੰਦ ਕਟਾਰੂ ਚੱਕ ਦੇ ਮਾਮਲੇ ਦੇ ਵਿੱਚ ਲਗਾਏ ਨੇ। ਤੇ ਇਹ ਸਾਰੇ ਜਿਹੜੇ ਧਰਨੇ ਦੇ ਕੇ ਪਾਰਟੀ ਸਿੱਧਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਹਮਲਾ ਕਰ ਰਹੀ ਹੈ ਤਾਂ ਕਿ ਇਹ ਲੱਗੇ ਕਿ ਨਹੀਂ ਅਸੀਂ ਵਿਰੋਧੀ ਧਿਰ ਹਾਂ, ਅਸੀਂ ਮਤਲਬ ਲੜਾਂਗੇ ਔਰ ਇਹਨਾਂ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ, ਅਸੀਂ ਜਿਹੜੀਆਂ 13 ਦੀਆਂ 13 ਸੀਟਾਂ ਤੇ ਇਕੱਲੇ ਲੜਾਂਗੇ। ਸੋ ਇਹ ਚੀਜ਼ਾਂ ਦਿਖਾਉਣ ਦੀ ਮੁਸ਼ੱਕਤ ਦੇ ਵਿੱਚ ਪਾਰਟੀ ਇਸ ਟਾਈਮ ਲੱਗੀ ਹੋਈ ਹੈ। 6 ਸਟੇਟ ਲੈਵਲ ਦੇ ਧਰਨੇ ਹੋ ਚੁੱਕੇ ਨੇ ਤੇ ਇਹ ਧਰਨੇ ਇਸੇ ਮਹੀਨੇ ਚ ਨੇ, ਯਾਨੀ ਕਿ ਅੱਜ ਅਜੇ ਅਸੀਂ 17-18 ਤਰੀਕ ਦੇ ਆਸ-ਪਾਸ ਖੜੇ ਆ, ਸੌਰੀ 19 ਤਰੀਕ ਹੋ ਗਈ, 19 ਤਰੀਕ ਦੇ ਆਸ-ਪਾਸ ਖੜੇ ਆ ਤੇ 19 ਤਰੀਕ ਦੇ ਵਿੱਚ ਇਹ 6 ਧਰਨੇ ਲੱਗ ਚੁੱਕੇ, ਯਾਨੀ ਕਿ ਹਰ ਚੌਥੇ ਦਿਨ ਧਰਨਾ ਪਾਰਟੀ ਲਗਾ ਰਹੀ ਹੈ। ਸੋ ਜਦੋਂ ਇਹ ਸਥਿਤੀ ਆ ਗਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਪਾਰਟੀ ਬਿਲਕੁਲ ਹਾਈ ਕਮਾਂਡ ਨੂੰ ਵੀ ਸਪਸ਼ਟ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ 13 ਦੀਆਂ 13 ਸੀਟਾਂ ਆਪ ਲੜੇਗੀ, ਇਹਨਾਂ ਨਾਲ ਮਿਲ ਕੇ ਨਹੀਂ ਲੜੇਗੀ, ਜਾਂ ਫਿਰ ਨੈਗੋਸੀਏਸ਼ਨ ਦੇ ਵਿੱਚ ਉਹਨੂੰ ਵੱਡਾ ਚੰਕ ਮਿਲੇ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਉਹਦਾ ਇੱਕ ਸੰਦੇਸ਼ ਦੇਣ ਦੇ ਲਈ ਇਹ ਧਰਨੇ ਦਿੱਤੇ ਜਾ ਰਹੇ। ਬੜੀ ਕਾਲੀ ਝਹਾੜਾਂ ਦੀ ਸਥਿਤੀ, ਬੜੀ ਕਾਲੀ ਜੀ। ਹਾਂ, ਪੰਜਾਬ ਦੇ ਵਿੱਚ ਦੇਖੋ ਪਿਛਲੇ 2-3 ਦਿਨ ਤੋਂ ਹੁਣ ਲਗਾਤਾਰ ਬਾਰਿਸ਼ਾਂ ਜਿਹੜੀਆਂ ਹਿਮਾਚਲ ਕੈਚਮੈਂਟ ਏਰੀਆਜ਼ ਦੇ ਵਿੱਚ ਤਾਂ ਬੰਦ ਹੋ ਗਈਆਂ ਨੇ, ਪਰ ਕਿਉਂਕਿ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਕਿ ਡੈਮ ਪੂਰੀ ਤਰ੍ਹਾਂ ਭਰੇ ਹੋਏ ਨੇ, ਡੈਮ ਖਾਲੀ ਨਹੀਂ ਹੋ ਰਹੇ ਔਰ ਇਸ ਟਾਈਮ ਇਹ ਦੋਨੋਂ ਜਿਹੜੇ ਡੈਮ ਹੈਗੇ ਨੇ, ਖਾਸ ਤੌਰ ਤੇ ਪੌਂਗ ਔਰ ਉਸ ਤੋਂ ਬਾਅਦ ਭਾਖੜਾ, ਇਹ ਬਿਲਕੁਲ ਵੀ ਇਸ ਸਥਿਤੀ ਦੇ ਵਿੱਚ ਨਹੀਂ ਹੈਗੇ ਕਿ ਅਸੀਂ ਇੱਕ ਵੀ ਵੱਡੀ ਬਾਰਿਸ਼ ਹੋਰ ਝੇਲ ਸਕੀਏ ਜਿਹੜੀ ਇਸ ਕੈਚਮੈਂਟ ਏਰੀਆ ਦੇ ਵਿੱਚ ਪੈ ਜੇ, ਔਰ ਉਹ ਨੁਕਸਾਨ ਸਾਨੂੰ ਥੱਲੇ ਜ਼ਿਆਦਾ ਕਰੇਗਾ। ਇਸ ਕਰਕੇ ਜਿਹੜਾ ਇਹ ਪਾਣੀ ਛੱਡਿਆ ਜਾ ਰਿਹਾ ਹੈ, ਉਸ ਪਾਣੀ ਨੇ ਕੱਲ 2,83,000 ਕਿਊਸਿਕ ਪਾਣੀ ਹਰੀਕੇ ਹੈਡਵਰਕਸ ਤੇ ਆ ਚੁੱਕਿਆ ਸੀਗਾ, ਯਾਨੀ ਕਿ ਉੱਥੋਂ ਜਿਹੜੀ ਕ੍ਰਾਸਿੰਗ ਹੈ ਉਹ ਸਿਰਫ 1 ਲੱਖ ਕਿਊਸਿਕ ਦੀ ਹੋਈ ਹੈ। ਯਾਨੀ ਜੇ 2 ਲੱਖ ਕਿਊਸਿਕ ਪਾਣੀ ਹੋਰ ਜ਼ਿਆਦਾ ਐਕਸਟਰਾ ਆ ਰਿਹਾ ਹੈ ਤਾਂ ਉਹ ਸਾਈਡਾਂ ਤੇ ਮਾਰ ਕਰੇਗਾ, ਬੈਕ ਮਾਰੇਗਾ, ਉਹਦੇ ਨਾਲ ਬੰਨ ਵੀ ਤੋੜ ਸਕਦਾ ਹੈ। ਇਸ ਤਰ੍ਹਾਂ ਦੀ ਕਈ ਚੀਜ਼ਾਂ ਹੋਣਗੀਆਂ। ਕੱਲ ਵੀ ਮੇਰਾ ਖਿਆਲ ਹੈ ਕਿ ਇੱਕ ਫਾਜ਼ਿਲਕਾ ਕੋਲੇ ਇੱਕ ਬੀਚ ਹੋਇਆ ਵੱਡਾ ਔਰ ਰਾਤ ਤੱਕ ਉਹਨੂੰ ਪੂਰਨ ਦੀ ਕੋਸ਼ਿਸ਼ ਕਰਦੇ ਰਹੇ ਹੈ। ਸਾਰੀ ਰਾਤ ਮਤਲਬ ਇਸ ਟਾਈਮ ਲੋਕ ਉੱਥੇ ਲਗਾ ਰਹੇ ਵੀ ਜੇ ਕਿਤੇ ਇਹ ਬੰਨ ਟੁੱਟ ਗਏ ਤਾਂ ਫਿਰ ਹਾਲਤ ਬਹੁਤ ਜ਼ਿਆਦਾ ਵਿਗੜ ਜਾਣੀ ਹੈ। ਕਿ ਇਹ ਇਸ ਕਰਕੇ ਵੀ ਥੋੜੀ ਇੰਪੋਰਟੈਂਟ ਹੈ ਕਿ ਪਹਿਲਾਂ ਵਾਲੀ ਜਿਹੜੇ ਹੜ੍ਹ ਆਏ ਸੀਗੇ ਉਹਦੇ ਵਿੱਚ ਜਿੰਨਾ ਲੋਕਾਂ ਦੀ ਫਸਲਾਂ ਬਰਬਾਦ ਹੋ ਚੁੱਕੀਆਂ ਸੀ, ਆਪਾਂ ਕਿਹਾ ਸੀ ਵੀ 6 ਲੱਖ ਏਕੜ ਦੇ ਵਿੱਚ ਫਸਲ ਬਰਬਾਦ ਹੋਈ ਹੈ ਪੈਡੀ, ਉਹਨਾਂ 'ਚ ਰੀਸੋਇੰਗ ਹੋਈ ਸੀ। ਤਾਂ ਹੁਣ ਫਿਰ ਜਿਹੜੀਆਂ ਇਹ ਬਾਰਿਸ਼ਾਂ ਆਈਆਂ ਨੇ ਉਹਨਾਂ ਨੇ ਫਿਰ ਤੋਂ ਉਸੇ ਫਸਲ ਨੂੰ ਨੁਕਸਾਨ ਪਹੁੰਚਾਇਆ, ਯਾਨੀ ਦੋਹਰੀ ਤੀਹਰੀ ਮਾਰ ਜਿਹੜੀ ਹੈਗੀ ਆ ਉਹ ਫਾਰਮਰਸ ਤੇ ਪੈ ਚੁੱਕੀ ਹੈ। ਔਰ ਕਮਾਲ ਦੀ ਗੱਲ ਇਹ ਹੈਗੀ ਹੈ ਕਿ ਹਜੇ ਤੱਕ ਮੁਆਵਜ਼ੇ ਬਾਰੇ ਕੋਈ ਵੀ ਫੈਸਲੇ ਨਹੀਂ ਲੈ ਜਾ ਪਾ ਰਹੇ। ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਟੀਮ ਆਈ ਸੀ ਉਹਨੂੰ ਗਏ ਨੂੰ ਵੀ ਲਗਭਗ ਹਫ਼ਤਾ ਹੋ ਗਿਆ, ਪਰ ਹਜੇ ਤੱਕ ਉਹਨਾਂ ਨੇ ਕੋਈ ਮਤਲਬ ਜਿਹੜੀ ਆਪਣੀ ਅੰਤਰਿਮ ਰਿਪੋਰਟ ਦਿੱਤੀ ਹੈ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ ਕੋਈ ਵੀ ਡਿਸੀਜਨ ਨਹੀਂ ਲਿੱਤਾ ਕਿ ਉਹ ਮੁਆਵਜ਼ਾ ਵਧਾਇਆ ਜਾਏਗਾ ਕਿ ਨਹੀਂ ਵਧਾਇਆ ਜਾਏਗਾ ਜਾਂ ਹੋਰ ਪੈਕੇਜ ਕਿਸ ਤਰ੍ਹਾਂ ਦਿੱਤਾ ਜਾਏਗਾ, ਇਹਦਾ ਵੀ ਨਹੀਂ ਦਿੱਤਾ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕੱਲ ਹਿਮਾਚਲ ਸਰਕਾਰ ਨੇ ਆਪਣੇ ਲੈਵਲ ਤੇ ਫਿਰ ਇਹ ਡਿਸੀਜਨ ਲਿੱਤਾ ਹੈ ਕਿ ਜੀ ਹਿਮਾਚਲ ਵਿੱਚ ਸਟੇਟ ਆਪਦਾ ਤਾਂ ਹੈਗੀ ਹੈ, ਜਿਹੜੀ ਕੁਦਰਤੀ ਕੌਮੀ ਆਪਦਾ ਹੁੰਦੀ ਹੈ ਉਹਦੇ ਬਾਰੇ ਡਿਸੀਜਨ ਉਹਨਾਂ ਨੇ ਕਿਹਾ ਸੀ ਕਾਫੀ ਲੰਬੇ ਟਾਈਮ ਤੋਂ ਚਿੱਠੀਆਂ ਭੇਜੀਆਂ ਹੋਈਆਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਤੇ ਹਜੇ ਤੱਕ ਉਹਨਾਂ ਦਾ ਕੋਈ ਡਿਸੀਜਨ ਵੀ ਨਹੀਂ ਆਇਆ। ਉੱਥੇ ਵੀ ਟੀਮ 2 ਹਫ਼ਤੇ ਪਹਿਲਾਂ ਉੱਥੇ ਵੀ ਪੂਰਾ ਜਾਇਜ਼ਾ ਲੈ ਕੇ ਆਈ ਸੀ ਔਰ ਖੁਦ ਮੰਨ ਰਹੀ ਸੀ
ਕਿ ਹਿਮਾਚਲ ਬਹੁਤ ਬੁਰੀ ਤਰ੍ਹਾਂ ਬਰਬਾਦ ਹੋ ਗਿਆ ਹੈ। ਉਸ ਤੋਂ ਬਾਅਦ ਦੁਬਾਰਾ ਕਲਾਊਡ ਬਰਸਟਿੰਗ ਹੋਈ ਹੈ, ਉਸ ਤੋਂ ਬਾਅਦ ਤਾਂ ਕੁਝ ਹੋਰ ਜ਼ਿਆਦਾ ਬਰਬਾਦੀ ਆਈ ਹੈ, ਪਰ ਡਿਸੀਜਨ ਹਜੇ ਤੱਕ ਨਹੀਂ ਆ ਰਹੇ। ਇਹ ਉਹਨਾਂ ਨੂੰ ਵੀ ਹੈਗਾ ਕਿਉਂਕਿ ਉੱਥੇ ਵੀ ਆਮ ਆਦਮੀ ਪਾਰਟੀ ਦੀ ਬਜਾਏ ਉੱਥੇ ਕਾਂਗਰਸ ਸਰਕਾਰ ਹੈ, ਕਿ ਦੋਨੋਂ ਸਟੇਟਾਂ 'ਚ ਬੀਜੇਪੀ ਦੀ ਸਰਕਾਰ ਹੈ ਨਹੀਂ ਤੇ ਸੈਂਟਰ ਦੇ ਵਿੱਚ ਬੀਜੇਪੀ ਹੈ। ਇਸ ਕਰਕੇ ਜਿਹੜੇ ਡਿਸੀਜਨ ਨੇ ਉਹ ਬਹੁਤ ਔਖੇ ਹੋ ਰਹੇ ਲੈਣ। ਕੱਲ ਮੁੱਖ ਮੰਤਰੀ ਸਾਹਿਬ ਕਿਸਾਨ ਜਥੇਬੰਦੀਆਂ ਨਾਲ ਬੈਠੇ ਹੋਏ ਸੀ, ਸੋ ਇਹ ਜ਼ਰੂਰ ਇੰਦਰਪ੍ਰੀਤ ਜੀ ਇਹ ਵੀ ਹਲਕੀ ਜਿਹੀ ਗੱਲ ਕਰ ਦਿਓ, ਮੰਗਾਂ ਮੰਨੀਆਂ ਗਈਆਂ ਪਤਾ ਲੱਗਿਆ ਜਾਂ ਮਨਾ ਲੀਆਂ ਗਈਆਂ? ਨਹੀਂ, ਉਸ 'ਚ ਦੇਖੋ ਰੰਧਾਵਾ ਸਾਹਿਬ, ਕਈ ਮੰਗਾਂ ਉਹਨਾਂ ਦੀਆਂ ਬਹੁਤ ਸਾਰੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਇੱਕ ਤਾਂ ਇਹ ਸੀ ਵੀ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ। ਇਹ ਉਹਨਾਂ ਦੀ ਸਭ ਤੋਂ ਵੱਡੀ ਮੰਗ ਸੀਗੀ ਤੇ ਸੀਐਮ ਸਾਹਿਬ ਨੇ ਕਿਹਾ ਕਿ ਅਸੀਂ 31 ਤਰੀਕ ਤੱਕ ਜਿਹੜਾ ਹੈਗਾ ਉਹ ਇਸ ਦਿਸ਼ਾ ਵੱਲ ਕਦਮ ਵਧਾਵਾਂਗੇ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ। ਲੇਕਿਨ ਜਿਹੜੀਆਂ ਬਾਕੀ ਮੰਗਾਂ ਸੀਗੀਆਂ, ਜਿਸ ਤਰ੍ਹਾਂ ਉਹਨਾਂ ਨੇ ਉਹਦੇ ਵਿੱਚ ਸੀਗਾ ਸਭ ਤੋਂ ਵੱਡੀ ਮੰਗ ਕਿ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਏ, ਉਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਸੈਂਟਰ ਗਵਰਨਮੈਂਟ ਦੇ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ, ਸਟੇਟ ਆਪਣੇ ਲੈਵਲ ਤੇ ਜਿਹੜਾ ਹੈ ਇਹ ਫੈਸਲਾ ਨਹੀਂ ਲੈ ਸਕਦੀ। ਤੀਸਰੀ ਉਹਨਾਂ ਦੀ ਸੀ ਕਿ ਜਿਹੜੇ ਹੜ੍ਹ ਆਏ ਆ ਇਹਨਾਂ ਕਰਕੇ ਜਿਹੜੀ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਨੇ ਉਹਦਾ ਸਾਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਏ। ਤਾਂ ਜਦਕਿ ਇੱਥੇ ਇਸ ਟਾਈਮ 15,000 ਰੁਪਏ ਪ੍ਰਤੀ ਏਕੜ ਦਿੱਤਾ ਜਾ ਰਿਹਾ। ਪਰ ਪੈਡੀ ਦੇ ਮਾਮਲੇ 'ਚ ਕੀ ਨਾਮ ਹੈ ਰੰਧਾਵਾ ਸਾਹਿਬ, ਸਭ ਤੋਂ ਵੱਡੀ ਦਿੱਕਤ ਕੀ ਆ ਰਹੀ ਹੈ? ਪੈਡੀ ਦੇ ਮਾਮਲੇ 'ਚ ਦਿੱਕਤ ਇਹ ਆ ਰਹੀ ਹੈ ਕਿ ਹਜੇ ਸੋਇੰਗ ਹੋਈ ਸੀ, ਹਜੇ ਤਾਂ ਮਤਲਬ ਉਹਨੂੰ ਫਸਲ ਦੇ ਰੂਪ 'ਚ ਲਿਆ ਹੀ ਨਹੀਂ ਜਾ ਰਿਹਾ ਕਿ ਉਹ ਕਿਸੇ ਤਰ੍ਹਾਂ ਦੀ ਫਸਲ ਵੀ ਹੈਗੀ ਹੈ। ਸੋ ਇਸ ਕਰਕੇ ਹੁਣ ਉਹ 15,000 ਰੁਪਏ ਪਰ ਏਕੜ ਕਿਵੇਂ ਦਿੱਤਾ ਜਾਊਗਾ, ਕਿਉਂਕਿ 15,000 ਰੁਪਏ ਏਕੜ ਉੱਥੇ ਦਿੱਤਾ ਜਾਣਾ ਹੈ ਜਿੱਥੇ ਪੂਰੀ ਤਿਆਰ ਹੋਈ ਫਸਲ ਖਰਾਬ ਹੋ ਜਾਂਦੀ ਹੈ। ਹੁਣ ਇੱਥੇ ਤਾਂ ਹਜੇ ਜਸਟ ਸੋਇੰਗ ਹੋਈ ਹੈ, ਸੋ ਸੋਇੰਗ ਦੇ ਵਿੱਚ ਤਾਂ ਸਿਰਫ ਉਹਨਾਂ ਨੂੰ ਜਿਹੜਾ ਉਹਨਾਂ ਦਾ ਖਰਚਾ ਆਇਆ ਉਸੇ ਦਾ ਹੀ ਮੁਆਵਜ਼ਾ ਦਿੱਤਾ ਜਾ ਸਕਦਾ। ਮੈਨੂੰ ਲੱਗਦਾ ਕਿ ਸਭ ਤੋਂ ਔਖਾ ਹੋਊਗਾ। ਤੇ ਸੀਐਮ ਨੇ ਕਿਹਾ ਕੱਲ ਕਿਸਾਨਾਂ ਨੂੰ ਕਿ ਅਸੀਂ 20,000 ਰੁਪਇਆ ਦੇਣ ਦੀ ਮੰਗ ਕੀਤੀ ਹੈ, ਕਿ ਮੁਆਵਜ਼ੇ ਨੂੰ 20,000 ਰੁਪਇਆ ਕੀਤਾ ਜਾਏ। ਤੇ ਗਵਰਨਮੈਂਟ ਆਫ ਇੰਡੀਆ ਨੇ, ਕਿਉਂਕਿ ਜਿਹੜੀ ਆਪਦਾ ਫੰਡ ਹੈ ਇਹ ਸਾਡਾ ਸਟੇਟ ਦਾ ਨਹੀਂ ਹੈ, ਇਹ ਗਵਰਨਮੈਂਟ ਆਫ ਇੰਡੀਆ ਦਾ ਫੰਡ ਹੈ, ਇਸ ਕਰਕੇ ਫੈਸਲਾ ਵੀ ਉਹਨਾਂ ਨੇ ਲੈਣਾ ਹੈ। ਸੋ ਹਜੇ ਜੇ ਉਹਨਾਂ ਨੇ ਫੈਸਲਾ ਇਹ ਲੈ ਲਿਆ ਤਾਂ ਅਸੀਂ 20,000 ਰੁਪਏ ਜਿਹੜਾ ਪ੍ਰਤੀ ਏਕੜ ਤੁਹਾਨੂੰ ਦੇਵਾਂਗੇ। ਪਰ ਮੈਂ ਤੁਹਾਨੂੰ ਜਿਹੜੀ ਵਾਰ-ਵਾਰ ਗੱਲ ਕਰ ਰਿਹਾ, ਦਿੱਕਤ ਉੱਥੇ ਆਏਗੀ ਕਿ 20,000 ਰੁਪਏ ਮਿਲਨੇ ਨੇ ਉਦੋਂ ਜਦੋਂ ਤੁਹਾਡੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਜੇ। ਹਜੇ ਸਿਰਫ ਸੋਇੰਗ ਹੋਈ ਸੀ ਤਾਂ ਉਹ ਫਸਲ ਹਜੇ ਆਣੀ, ਤਾਂ ਫਸਲ ਤਾਂ ਹਜੇ ਦੂਰ ਦੀ ਗੱਲ ਹੈ, ਹਜੇ ਤਾਂ ਸਿਰਫ ਲਗਾਈ ਹੈ। ਸੋ ਇੱਥੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਕਿਵੇਂ ਫੈਸਲੇ ਹੋਣਗੇ ਇਹ ਹਜੇ ਤੈਅ ਨਹੀਂ ਹੈ। ਦੇਖੋ, ਇਹ ਤਾਂ ਸਟੇਟ ਨੇ ਹੀ ਪਰਸਿਊ ਕਰਨਾ ਹੈ, ਐਡਵੋਕੇਸੀ ਕਰਨੀ ਕਿਸਾਨਾਂ ਦੀ, ਕਿ ਪੂਰਾ ਸੀਜ਼ਨ ਹੀ ਮਾਰਿਆ ਗਿਆ, ਸੀਜ਼ਨ ਹੀ ਮਾਰਿਆ ਗਿਆ 2 ਵਾਰੀ ਜੇਕਰ ਲਾ ਲਈ ਤਾਂ ਹੁਣ ਕਿਹੜੀ ਹੁਣ ਬਚੀ ਹੈ ਜੀ ਪਿੱਛੇ ਸਮੇਂ ਦੀ ਸੀਮਾ ਜਿਹਦੇ ਵਿੱਚ ਦੁਬਾਰਾ ਝੋਨਾ ਹੋ ਜਾਊਗਾ ਜੀ, ਲਾਇਆ ਜਾ ਸਕਦਾ। ਸੋ ਭਾਸਕਰ ਸਾਹਿਬ, ਆਪਾਂ ਅੱਗੇ ਚੱਲਦੇ ਹਾਂ। ਸਟੇਟਹੁੱਡ ਦਾ ਮੁੱਦਾ ਕੇਜਰੀਵਾਲ ਸਾਹਿਬ ਨੇ ਬਣਾ ਲਿਆ, ਕੇਜਰੀਵਾਲ ਸਾਹਿਬ ਨੂੰ ਫਸਾ ਲਿਆ ਪੂਰੀ ਤਰ੍ਹਾਂ ਕੇਂਦਰੀ ਸੱਤਾ ਨੇ, ਉੱਥੇ ਕਾਨੂੰਨ ਲਿਆ ਕੇ ਸੇਵਾਵਾਂ ਨਾਲ ਸੰਬੰਧਿਤ। ਔਰ ਹੁਣ ਇਸ ਵੇਲੇ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਦੇ ਰੂਪ 'ਚ ਭਾਸ਼ਣ ਦੇਣ ਜੋਗੇ ਹੀ ਨੇ, ਮੈਨੂੰ ਲੱਗਦਾ ਕਦੇ ਵਿਧਾਨ ਸਭਾ ਦੇ ਅੰਦਰ ਤੇ ਕਦੇ ਦੂਜੀਆਂ ਸਟੇਟਾਂ 'ਚ ਜਾ ਕੇ ਕੰਪੇਨ ਕਰਨਗੇ। ਔਰ ਅੱਜ ਵੀ ਉਹ ਭਗਵੰਤ ਮਾਨ ਸਾਹਿਬ ਦੇ ਨਾਲ ਇੱਕ ਸਟੇਟ ਦੂਜੀ 'ਚ ਜਾ ਰਹੇ ਨੇ ਜਿੱਥੇ ਉਹਨਾਂ ਨੇ ਆਪਣੀ ਇਲੈਕਸ਼ਨ ਸ਼ੁਰੂ ਕਰਨੀ ਹੈ। ਸੋ ਮੈਂ ਸਮਝਣਾ ਚਾਹੂੰਗਾ ਤੁਹਾਡਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਣ ਰਿਹਾ ਗੱਠਜੋੜ ਜਿਹਦੇ ਉਹ ਹਿੱਸੇਦਾਰ ਨੇ, ਉਹਦੇ ਵਿੱਚ ਉਹ ਸਟੇਟਹੁੱਡ ਦੇ ਮੁੱਦੇ ਨੂੰ ਕਿਸ ਤਰੀਕੇ ਨਾਲ ਅੱਗੇ ਵਧਾਉਣਾ ਚਾਹੁੰਦੇ ਆ। ਦਰਅਸਲ ਇਹ ਮੁੱਦਾ ਦਿੱਲੀ 'ਚ ਹੀ ਰੱਖਣਾ ਚਾਹੁੰਦੇ ਨੇ, ਦਿੱਲੀ ਦੀ ਪਾਰਲੀਮਾਨੀ ਇਲੈਕਸ਼ਨ ਲਈ, ਜਾਂ ਇਹ 25 ਦੀ ਵਿਧਾਨ ਸਭਾ ਜਿਹੜੀ ਦਿੱਲੀ ਦੀ ਉਹਦੇ ਵਿੱਚ ਵੀ ਪ੍ਰਮੁੱਖ ਮੁੱਦਾ ਹੋਊਗਾ। ਇਹ ਦੇਖੋ ਵੀ ਤੁਹਾਡੀ ਤਾਂ ਵੋਟ ਦਾ ਹੀ ਮੁੱਲ ਨਹੀਂ ਪਾਉਂਦੀ, ਸੱਤਾ ਤੇ ਕੀ ਕਰੋਗੇ। ਲੋਕ ਵੀ ਕਹਿਣਗੇ ਅਸੀਂ ਤਾਂ ਵੋਟ ਤੁਹਾਨੂੰ ਪਾਈ, ਲੜਨਾ ਤਾਂ ਤੁਸੀਂ ਆ, ਤੁਸੀਂ ਸਰੈਂਡਰ ਕਰ ਜਾਂਦੇ ਹੋ ਜਾ ਕੇ। ਬੋਲਿਓ ਜਰਾ ਤੁਸੀਂ। 2014 ਤੋਂ ਪਹਿਲੇ ਹਮੇਸ਼ਾ ਤੋਂ ਸਟੇਟਹੁੱਡ ਯਾਨੀ ਦਿੱਲੀ ਨੂੰ ਪੂਰਨ ਰਾਜ ਦਾ ਮੁੱਦਾ ਵਿਰੋਧੀ ਪਾਰਟੀਆਂ, ਜਿਹੜੀ ਅੱਜ ਦਿੱਲੀ ਦੇ ਵਿੱਚ ਵਿਰੋਧੀ ਪਾਰਟੀਆਂ, ਭਾਵੇਂ ਭਾਜਪਾ ਹੋਏ ਭਾਵੇਂ ਕਾਂਗਰਸ ਹੋਏ, ਦੋਨਾਂ ਦੇ ਮੈਨੀਫੈਸਟੋ ਦੇ ਪਹਿਲੇ ਪੇਜ ਤੇ ਹਮੇਸ਼ਾ ਰਹਿੰਦਾ ਰਿਹਾ ਕਿ ਦਿੱਲੀ ਨੂੰ ਆਪਾਂ ਪੂਰਨ ਰਾਜ ਦਾ ਦਰਜਾ ਦੇਵਾਂਗੇ। ਇਹ ਸਟੈਂਡ ਚੇਂਜ ਹੋਇਆ 2015 ਦੇ ਵਿੱਚ, ਜਦ ਕੇਜਰੀਵਾਲ ਉਹਨਾਂ ਦੀ ਇੱਕ ਵੱਡੇ ਬਹੁਮਤ ਨਾਲ ਦਿੱਲੀ ਦੇ ਵਿੱਚ ਸਰਕਾਰ ਬਣ ਜਾਂਦੀ ਹੈ। ਔਰ ਉਹ ਸਰਕਾਰ ਬਣਦੀ ਹੀ ਨਹੀਂ, 3 ਵਾਰ ਰਿਪੀਟ ਵੀ ਹੁੰਦੀ ਹੈ। ਕਾਂਗਰਸ ਤੇ ਭਾਜਪਾ ਪੂਰਨ ਰਾਜ ਦੇ ਮੁੱਦੇ ਦੇ ਉੱਤੇ ਪਿਛਾਂ ਚਲੇ ਜਾਂਦੇ ਨੇ। ਗੱਲ ਇੱਥੇ ਤੱਕ ਵੱਧ ਜਾਂਦੀ ਹੈ ਕਿ ਹੁਣ ਤੇ ਦਿੱਲੀ ਦੇ ਵਿੱਚ ਦਿੱਲੀ ਨੂੰ ਉਹ ਛੋਟਾ ਜਿਹਾ ਹੀ ਅੱਧਾ ਰਾਜ ਵੀ, ਉਹ ਤੋਂ ਵੀ ਹੋਰ ਘੱਟ ਕਰਨ ਦੀ ਜਿਹੜੀ ਹੈ ਪਿੱਛੇ ਇੱਕ ਬਿੱਲ ਪਾਸ ਹੋਇਆ ਨੈਸ਼ਨਲ ਕੈਪੀਟਲ ਟੈਰੀਟਰੀ ਵਾਲਾ, ਉਹਦੇ ਹਿਸਾਬ ਨਾਲ ਹੁਣ ਦਿੱਲੀ ਦੀ ਸਰਕਾਰ ਦੀ ਤਾਕਤਾਂ ਮਿਊਨਿਸਪਲ ਕਾਰਪੋਰੇਸ਼ਨ ਤੋਂ ਵੀ ਘੱਟ ਰਹਿ ਗਈਆਂ।
ਕੱਲ ਵਿਧਾਨ ਸਭਾ ਦੇ ਵਿੱਚ ਕੇਜਰੀਵਾਲ ਸਾਹਿਬ ਬੋਲ ਰਹੇ ਸੀ, ਉਹਨਾਂ ਦਾ ਦਰਦ ਛਲਕ ਰਿਹਾ ਸੀ। ਉਹ ਕਹਿੰਦੇ ਅਸੀਂ ਈਡੀ ਤੋਂ ਨਹੀਂ ਡਰ ਗਏ, ਇਹ ਸਾਰੇ ਤਰੀਕੇ ਤੇ ਡਰਾਵੇ ਜਦ ਕੇਂਦਰ ਸਰਕਾਰ ਦੇ ਫੇਲ ਹੋ ਗਏ ਤੇ ਫਿਰ ਇਹ ਜਿਹੜਾ ਬਿੱਲ ਨਵਾਂ ਪੇਸ਼ ਕੀਤਾ ਉਹ ਲੈ ਕੇ ਆਏ। ਔਰ ਉਹਨਾਂ ਨੇ ਇਸ ਗੱਲ ਨੂੰ ਪੁਰਜੋਰ ਤਰੀਕੇ ਨਾਲ ਰੱਖਿਆ ਕਿ 2024 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਲਾਣਾ ਉਹਨਾਂ ਦਾ ਮੇਨ ਪੋਲ ਪਲੈਂਕ ਹੋਏਗਾ। ਔਰ ਇਸ ਮੁੱਦੇ ਦੇ ਉੱਤੇ ਵਿਰੋਧੀ ਪਾਰਟੀਆਂ ਨੂੰ ਘੇਰਨ ਦੀ ਵੀ ਕੋਸ਼ਿਸ਼ ਕੀਤੀ ਜਾਏਗੀ। ਹਾਲਾਂਕਿ ਕੇਜਰੀਵਾਲ ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗਦਾ ਹੈ ਕਿ 2015 ਦੇ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨਾਂ ਨੇ ਪੂਰਨ ਰਾਜ ਦਿੱਲੀ ਨੂੰ ਦੇਣ ਦੀ ਗੱਲ ਨੂੰ ਪੁਰਜੋਰ ਤਰੀਕੇ ਨਾਲ ਨਹੀਂ ਚੱਕਿਆ, ਪਰ ਹੁਣ ਫੈਸਲਾ ਲੈ ਲਿਆ। 31 ਅਗਸਤ 1 ਸਪਟੈਂਬਰ ਨੂੰ ਜਿਹੜੀ ਮੁੰਬਈ ਦੇ ਵਿੱਚ ਇੰਡੀਆ ਦੀ ਮੀਟਿੰਗ ਹੋ ਰਹੀ ਹੈ। ਪਿਛਲੀ ਖਬਰ ਦੇ ਵਿੱਚ ਇੰਦਰਪ੍ਰੀਤ ਉਹਨਾਂ ਇਹ ਕਹਿ ਰਹੇ ਸੀਗੇ ਕਿ ਇੰਡੀਆ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਕਨਫਿਊਜ਼ਨ ਜਿਹਾ ਬਣਿਆ ਹੋਇਆ ਵੀ ਹੋਊਗਾ ਨਹੀਂ ਹੋਊਗਾ, 8-5 ਤੇ ਹੋਏਗਾ, 7-7 ਤੇ ਹੋਏਗਾ ਕਿ ਨਹੀਂ ਹੋਏਗਾ। ਦਿੱਲੀ ਦੇ ਵਿੱਚ ਉਹ ਸ਼ੀਲਾ ਦੀਕਸ਼ਿਤ ਦੇ ਬੇਟੇ, ਜਿਨ੍ਹਾਂ ਦੀ ਸਰਕਾਰ ਯਾਨੀ ਸ਼ੀਲਾ ਦੀਕਸ਼ਿਤ ਨੂੰ 15 ਸਾਲ ਲਗਾਤਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਕੇਜਰੀਵਾਲ ਉਹਨਾਂ ਨੇ ਨਵੀਂ ਦਿੱਲੀ ਅਸੈਂਬਲੀ ਸੈਗਮੈਂਟ ਤੋਂ ਬੜੇ ਬੁਰੇ ਤਰੀਕੇ ਨਾਲ ਹਰਾਇਆ ਸੀਗਾ ਤੇ ਉਹਨਾਂ ਦਾ ਦਰਦ ਹਜੇ ਤੱਕ ਵੀ ਨਹੀਂ ਖਤਮ ਹੋਇਆ। ਕੱਲ ਵੀ ਉਹ ਆਮ ਆਦਮੀ ਪਾਰਟੀ ਨੂੰ ਕਹਿ ਰਹੇ ਸੀਗੇ ਇਹ ਫੌਜ ਹੈਗੀ ਹੈ ਬੇਵਕੂਫਾਂ ਦੀ, ਉਸ ਤੋਂ ਪਹਿਲੇ ਕਹਿੰਦੇ ਸੀ ਇਹ ਗਿੱਦੜਾਂ ਦਾ ਗਰੁੱਪ ਹੈਗਾ। ਯਾਨੀ ਗਿੱਦੜ ਤੋਂ ਲੈ ਕੇ ਬੇਵਕੂਫ ਤੱਕ ਕਾਂਗਰਸ ਦੇ ਲੀਡਰ ਦਿੱਲੀ ਦੇ ਕਹਿ ਰਹੇ ਨੇ। ਔਰ ਪੰਜਾਬ ਦੇ ਲੀਡਰ ਤੇ ਇਹ ਸਮਝ ਨਹੀਂ ਪਾ ਰਹੇ ਕਿ ਅਲਕਾ ਲਾਂਬਾ ਦੇ ਬਿਆਨ ਤੋਂ ਬਾਅਦ ਕਿਉਂ ਕਾਂਗਰਸ ਨੇ ਯੂ ਟਰਨ ਲਿੱਤਾ। ਜੇ ਸਾਡੀ ਤਰਫੋਂ ਵੀ ਕੋਈ ਐਦਾਂ ਦਾ ਬਿਆਨ ਦਿੱਤਾ ਗਿਆ ਤੇ ਕਿਤੇ ਸਾਡੀ ਵੀ ਫਜ਼ੀਅਤ ਨਾ ਹੋ ਜਾਏ, ਇਸ ਕਰਕੇ ਹੁਣ ਬਹੁਤ ਤਿੱਖਾ ਭਾਵੇਂ 6 ਧਰਨੇ ਲਾ ਲਏ ਉਹਨਾਂ ਨੇ, ਲੇਕਿਨ ਤਿੱਖੇ ਪ੍ਰਹਾਰ ਤੋਂ ਥੋੜਾ ਜਿਹਾ ਪਰਹੇਜ਼ ਕਰ ਰਹੇ ਨੇ, ਕਾਰਨ ਬਾਅਦ ਚ ਸ਼ਬਦਾਂ ਨੂੰ ਵਾਪਸ ਵੀ ਲੈਣਾ ਪੈਂਦਾ। ਪਰ ਹਾਂ, ਦਿੱਲੀ ਦੇ ਵਿੱਚ ਕੇਜਰੀਵਾਲ ਉਹਨਾਂ ਨੇ ਇਸ ਲੜਾਈ ਨੂੰ ਦਿੱਲੀ ਦੇ ਮੁੱਦੇ ਦੇ ਉੱਤੇ ਡਟ ਕੇ ਲੜਨ ਦਾ ਫੈਸਲਾ ਕੀਤਾ। ਔਰ ਅੱਜ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹ ਸ਼ਾਇਦ ਛੱਤੀਸਗੜ੍ਹ ਜਾਂ ਮੱਧ ਪ੍ਰਦੇਸ਼ ਦੇ ਵਿੱਚ ਆਪਣੇ ਇੱਕ ਮੈਨੀਫੈਸਟੋ ਦਾ, ਆਪਣੀ ਗਾਰੰਟੀਆਂ ਦਾ ਕੁਝ ਐਲਾਨ ਵੀ ਕਰਨ ਜਾ ਰਹੇ ਨੇ। ਔਰ ਉੱਥੇ ਵੀ ਨਜ਼ਰ ਹੈਗੀ ਹੈ ਕਿ ਕੁਝ ਸੀਟਾਂ ਦੇ ਉੱਤੇ ਲੜ ਕੇ ਆਪਾਂ ਲੋਕ ਸਭਾ ਦੇ ਵਿੱਚ ਆਪਣੀ ਪ੍ਰੈਜ਼ੈਂਸ ਨੂੰ ਪੈਨ ਇੰਡੀਆ ਦੇ ਵਿੱਚ ਵਧਾਇਆ ਜਾ ਸਕੇ। ਹੁਣ ਸਾਡੇ ਮੁੱਖ ਮੰਤਰੀ ਦਾ ਹੈਲੀਕਾਪਟਰ ਉੜੇਗਾ ਤੇ ਸਹੀ ਅੱਜ, ਪਰ ਕੁਝ ਖੱਟ ਕੇ ਵੀ ਲਿਆਏਗਾ ਕਿ ਨਹੀਂ ਲਿਆਏਗਾ ਇਹ ਤੇ ਹੁਣ ਲੋਕ ਸਭਾ ਇਲੈਕਸ਼ਨ ਜਾਂ ਫਿਰ ਉਸ ਤੋਂ ਪਹਿਲੇ ਅਸੈਂਬਲੀ ਇਲੈਕਸ਼ਨ, ਉਸ ਤੋਂ ਬਾਅਦ ਹੀ ਪਤਾ ਲੱਗੂਗਾ। ਭਾਸਕਰ ਸਾਹਿਬ, ਦੂਜੀ ਖਬਰ ਨੂੰ ਵੀ ਥੋੜਾ ਜਿਹਾ ਟੱਚ ਕਰ ਦਿਓ ਤਾਂ ਕਿ ਮੁੜ ਕੇ ਨੂੰ ਅੱਗੇ ਵਧਾ ਸਕੀਏ। ਜਿਹੜਾ ਗੱਠਜੋੜ ਇੰਡੀਆ ਨਾਮਕਰਨ ਥੱਲੇ ਅੱਗੇ ਵਧਿਆ ਹੈ, ਉਹਦੇ ਕਰਤਾ ਧਰਤਾ ਨੂੰ ਲੈ ਕੇ ਵੀ ਰੌਲੇ ਨੇ। ਇੱਕ ਕਵਾਇਦ ਜੀ ਚੱਲ ਰਹੀ ਹੈ ਕਿ ਕਿਉਂ ਨਾ ਇਹਦੇ ਵਿੱਚ ਉਹ ਲੋਕ ਜਿਨ੍ਹਾਂ ਦੀ ਹਾਜ਼ਰੀ ਬਹੁਤ ਜ਼ਰੂਰੀ ਆ, ਉਹਨਾਂ ਚੋਂ ਕਿਸੇ ਨੂੰ ਇਹਦਾ ਕਨਵੀਨਰ ਲਾਤਾ ਜਾਵੇ ਜਾਂ ਇਹਦਾ ਸਦਰ ਬਣਾਤਾ ਜਾਵੇ। ਜਿਵੇਂ ਮਮਤਾ ਬੈਨਰਜੀ ਦਾ ਜ਼ਿਕਰ ਹੋ ਰਿਹਾ, ਤਮਿਲਨਾਡੂ ਵਾਲੇ ਕਰੁਣਾਨਿਧੀ ਦੇ ਮਰਹੂਮ ਦੇ ਬੇਟੇ ਸਟਾਲਨ ਦਾ ਜ਼ਿਕਰ ਹੋ ਰਿਹਾ, ਨਤੀਸ਼ ਦਾ ਵੀ ਹਲਕਾ ਜਿਹਾ ਜ਼ਿਕਰ ਹੋ ਜਾਂਦਾ ਵਿੱਚ, ਸੋਨੀਆ ਗਾਂਧੀ ਸਭ ਤੋਂ ਵੱਡੀ ਧਿਰ ਹੋਣ ਦੀ ਹੈਸੀਅਤ ਦੇ ਵਿੱਚ ਉਹਨਾਂ ਦਾ ਜ਼ਿਕਰ ਵੀ ਆ ਜਾਂਦਾ। ਸੋ ਇਹਨੂੰ ਵੀ ਜ਼ਰਾ ਥੋੜਾ ਜਿਹਾ ਟੱਚ ਕਰ ਦਿਓ ਕਿ ਰਣਨੀਤੀ ਕੀ ਬਣਾ ਰਹੇ ਨੇ ਲੋਕ, ਔਰ ਤਰੇੜਾ ਵੀ ਇਹਦੇ ਵਿੱਚ ਦੇਖੀਆਂ ਹੀ ਗਈਆਂ ਕਿਉਂਕਿ ਸ਼ਰਦ ਪਵਾਰ ਦੀ ਲੁਕਵੀਂ ਦੀ ਰਾਜਨੀਤੀ ਤੇ ਹੋਰ ਕੁਝ ਲੋਕ ਵੀ ਕਦੇ ਅੰਦਰ ਕਦੇ ਬਾਹਰ, ਇਹ ਸਾਰੀਆਂ ਚੀਜ਼ਾਂ ਤਾਂ ਸਮਾਨਾਂਤਰ ਚੱਲ ਹੀ ਰਹੀਆਂ। 31 ਅਗਸਤ 1 ਸਪਟੈਂਬਰ ਨੂੰ ਜਿਹੜੀ ਮੁੰਬਈ ਦੇ ਵਿੱਚ ਮੀਟਿੰਗ ਹੋਣੀ ਹੈ, ਇਹ ਬੜੀ ਆਪਣੇ ਆਪ ਵਿੱਚ ਸਿਗਨੀਫੀਕੈਂਟ ਹੈਗੀ ਹੈ। ਕਾਰਨ ਕਿ ਇਹਦੇ ਵਿੱਚ ਨਾ ਕੇਵਲ ਇੰਡੀਆ ਦੇ ਅਹੁਦੇਦਾਰ ਸਿਲੈਕਟ ਹੋਣੇ ਹੈ, ਸੀਟ ਸ਼ੇਅਰਿੰਗ, ਸੀਟ ਐਡਜਸਟਮੈਂਟ ਅੱਗੇ ਚੱਲ ਕੇ ਲੋਕ ਸਭਾ ਇਲੈਕਸ਼ਨ 2024 ਜਿਹਦੇ ਵਾਸਤੇ ਭਾਜਪਾ ਬੜੀ ਤੇਜ਼ੀ ਨਾਲ ਆਪਣੀ ਤਿਆਰੀ ਕਰ ਰਹੀ ਹੈ, ਇੰਡੀਆ ਨੂੰ ਵੀ ਆਪਣੀ ਤਿਆਰੀ ਕਰਨੀ ਪਏਗੀ। ਦਿੱਲੀ ਦੇ ਵਿੱਚ ਦਫ਼ਤਰ ਖੋਲਣ ਦੀ ਵੀ ਗੱਲ ਪਿਛਲੀ ਜੁਲਾਈ 18 ਦੀ ਮੀਟਿੰਗ ਦੇ ਵਿੱਚ ਹੋਏਗੀ। ਔਰ ਕਨਵੀਨਰ ਕੌਣ ਹੋਏਗਾ, 11 ਮੈਂਬਰੀ ਕਮੇਟੀ ਦੇ ਵਿੱਚ ਕੌਣ ਕੌਣ ਹੋਏਗਾ, ਇਹਨਾਂ ਸਾਰੀ ਗੱਲਾਂ ਦੇ ਉੱਤੇ ਇਹ ਏਜੰਡਾ ਤੇ ਰੱਖ ਲਿਆ ਗਿਆ। ਪਰ ਇਹਦੇ ਉੱਤੇ ਰਫੜ ਪੈਣਾ ਲਾਜ਼ਮੀ ਹੈਗਾ, ਕਾਰਨ ਹਰ ਵਿਅਕਤੀ ਭਾਵੇਂ ਛੁਪ ਕੇ ਭਾਵੇਂ ਸਾਹਮਣੇ ਆ ਕੇ ਆਪਣਾ ਕਲੇਮ ਜ਼ਰੂਰ ਠੋਕ ਰਿਹਾ, ਕਿਉਂਕਿ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਜ਼ਿਕਰ ਅਸੀਂ ਕਰਕੇ ਹਟੇ ਹਾਂ। ਵੱਡੇ ਲੀਡਰ ਚੁੱਪ ਨੇ ਪਰ ਛੋਟੇ ਰੋਲਾ ਪਾ ਰਹੇ ਨੇ। ਹੁਣ ਐਦਾ ਅਸਰ ਉਸ ਇੰਡੀਆ ਦੀ ਮੀਟਿੰਗ ਦੇ ਵਿੱਚ ਕਿੰਨਾ ਕੁ ਹੋਏਗਾ, ਕਨਵੀਨਰ ਕੌਣ ਹੋਏਗਾ ਔਰ ਚੇਅਰਮੈਨ ਕੌਣ ਹੋਏਗਾ, ਪੈਟਰਨ ਕੌਣ ਹੋਏਗਾ, 11 ਮੈਂਬਰੀ ਮੈਂਬਰ ਕੌਣ ਹੋਣਗੇ, ਵਾਈਸ ਚੇਅਰਮੈਨ ਕੌਣ ਹੋਣਗਾ, ਇਹ ਸਾਰੀ ਗੱਲਾਂ ਦੇ ਉੱਤੇ ਲੱਗਦਾ ਹੈ ਕਿ 1 ਸਪਟੈਂਬਰ ਨੂੰ ਜਦ ਉੱਠਣਗੇ ਤਾਂ ਕੋਈ ਫੈਸਲਾ ਕਰਨਗੇ। ਬਿਲਕੁਲ ਠੀਕ ਕਿਹਾ ਤੁਸੀਂ, ਨੀਤੀਸ਼ ਕੁਮਾਰ ਤੋਂ ਲੈ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਉਹਨਾਂ ਦਾ ਨਾਂ ਇਸ ਮੁੱਦੇ ਦੇ ਉੱਤੇ ਬਹੁਤਾ ਨਹੀਂ ਚੱਲ ਰਿਹਾ, ਕਾਰਨ ਕਿ ਉਹਨਾਂ ਨੇ ਖੁਦ ਨੂੰ ਆਪਟ ਆਊਟ ਕੀਤਾ। ਪਰ ਕੇਜਰੀਵਾਲ ਵੀ ਕਿਸੇ ਇੰਪੋਰਟੈਂਟ ਪੋਸਟ ਤੇ ਇਸ ਇੰਡੀਆ ਦੇ ਅਲਾਈਅੰਸ ਦੀ ਆਰਗੇਨਾਈਜ਼ਿੰਗ ਕਮੇਟੀ ਦੇ ਵਿੱਚ ਹੋ ਸਕਦੇ ਨੇ, ਇਸ ਗੱਲ ਦੀ ਵੀ ਕੰਸੋਲ ਲੱਗੀ ਹੈ। ਪਰ ਹਾਂ, 1 ਸਪਟੈਂਬਰ ਤੋਂ ਬਾਅਦ ਪੰਜਾਬ, ਦਿੱਲੀ ਜਾਂ ਉਹਨਾਂ तमाम ਸੂਬਿਆਂ ਦੇ ਵਿੱਚ ਜਿੱਥੇ ਇਸ ਇੰਡੀਆ ਅਲਾਈਅੰਸ ਦੇ ਅੰਡਰ ਸੀਟ ਸ਼ੇਅਰਿੰਗ ਕਰਕੇ ਵਿਰੋਧ ਹੈ, ਉਸ ਵਿਰੋਧ ਨੂੰ ਵੀ ਜਾਂ ਤੇ ਠੱਲ ਲੱਗੇਗੀ ਜਾਂ ਤੇ ਫਿਰ ਉਹਦਾ ਇੱਕ ਫਾਈਨਲ ਫੈਸਲਾ ਹੋ ਜਾਏਗਾ, ਨਾਲ ਦੇ ਨਾਲ ਇਹਦੇ ਅਹੁਦੇਦਾਰ ਵੀ ਸਿਲੈਕਟ ਹੋ ਜਾਣਗੇ। ਇੱਕ ਨਾ ਇੰਦਰਪ੍ਰੀਤ ਜੀ, ਆਪਾਂ ਖਬਰ ਛੱਡ ਰਹੇ ਸੀਗੇ, ਇਹਦੇ ਤੇ ਤੁਸੀਂ ਆਪਣੀ ਗੱਲ ਜ਼ਰੂਰ ਕਰਿਓ, ਇਹ ਕਰਨੀ ਬਣਦੀ ਹੈ ਤੁਹਾਨੂੰ। ਉਹ ਖਬਰ ਵੀ ਆਪਾਂ ਨਾਲ ਲੈਣੀ ਆ
ਜਿਹਦੇ ਵਿੱਚ ਕੱਲ ਸੁਪਰੀਮ ਕੋਰਟ 'ਚ ਸੋਸ਼ਲ ਮੀਡੀਆ ਦੇ ਉੱਤੇ ਜੋ ਮਰਜ਼ੀ ਲਿਖੀ ਜਾਣ, ਜਦੋਂ ਮਰਜ਼ੀ ਪੋਸਟ ਪਾ ਦਿਓ, ਔਰ ਇਹਦੇ ਖਤਰਨਾਕ ਨਤੀਜੇ ਵੀ ਭੁਗਤਣੇ ਪੈ ਸਕਦੇ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ, ਜੇਕਰ ਤੁਸੀਂ ਹੇਟ ਸਪੀਚ ਨੂੰ ਲੈ ਕੇ ਜਾਂ ਅਦਰਵਾਈਜ਼ ਵੀ ਕੋਈ ਫਾਹ ਲੈਂਦੇ ਹੋ ਤਾਂ ਇਹ ਹਾਸੇ ਖੇਡੇ 'ਚ ਕੀਤੀ ਚੀਜ਼ ਤੁਹਾਡੇ ਗਲ ਦਾ ਫੰਦਾ ਵੀ ਬਣ ਸਕਦੀ, ਕੋਰਟਾਂ ਕਚਹਿਰੀਆਂ 'ਚ ਤੁਹਾਨੂੰ ਖਿੱਚਿਆ ਜਾ ਸਕਦਾ। ਇਹ ਵੀ ਖਬਰ ਨੂੰ ਟੱਚ ਜ਼ਰੂਰ ਕਰ ਦਿਓ ਇੰਦਰਪ੍ਰੀਤ ਜੀ, ਪਰ ਉਸ ਤੋਂ ਪਹਿਲਾਂ ਕਿ ਜਿਹੜੀ ਆਪਣਾ ਭਾਸਕਰ ਸਾਹਿਬ ਨੇ ਗੱਲ ਤੋਰੀ ਇਹਨੂੰ ਅੱਗੇ ਵਧਾ ਦਿਓ। ਰੰਧਾਵਾ ਸਾਹਿਬ, ਜਿਹੜੀ ਇਹ ਭਾਸਕਰ ਸਾਹਿਬ ਨੇ ਗੱਲ ਤੋਰੀ, ਮੈਂ ਤਾਂ ਥੋੜਾ ਜਿਹਾ ਕੈਨਵਸ ਹੋਰ ਬੜਾ ਕਰਨਾ ਚਾਹਨਾ। ਉਹ ਇਸ ਪੱਖੋਂ ਕਿ ਆਪਾਂ ਪਹਿਲਾਂ ਤੋਂ ਹੀ ਇਹ ਗੱਲ ਕਰ ਰਹੇ ਹਾਂ ਕਿ ਇਹ ਲੀਡਰਲੈਸ ਇੱਕ ਤਰ੍ਹਾਂ ਦਾ ਗਠਬੰਧਨ ਹੈ। ਹਜੇ ਤੱਕ ਜੋ ਬਣਿਆ ਉਹ ਲੀਡਰਲੈਸ ਹੈ, ਮਤਲਬ ਕੋਈ ਇੱਕ ਲੀਡਰ ਨਹੀਂ ਹੈ ਇਸ ਸਾਰੇ ਉਹਦਾ। ਜਿਵੇਂ ਪਹਿਲਾਂ ਇੱਕ ਵਾਰੀ ਐਨਡੀਏ ਬਣਿਆ ਸੀ ਤਾਂ ਅਟਲ ਬਿਹਾਰੀ ਵਾਜਪਾਈ ਸੀ, ਸਾਨੂੰ ਪਤਾ ਸੀ ਵੀ ਇਹ ਲੀਡਰ ਨੇ, ਸਾਰੀਆਂ ਚੀਜ਼ਾਂ ਉਹਦੇ ਨਾਲ ਜੁੜੀਆਂ ਹੋਈਆਂ ਨੇ। ਫਿਰ ਸੋਨੀਆ ਗਾਂਧੀ ਬਣ ਕੇ ਫਿਰ ਸਾਰੀਆਂ ਯੂਪੀਏ ਦੇ ਨਾਲ ਫਿਰ ਸਾਰੀਆਂ ਉਹ ਧਿਰਾਂ ਜੁੜ ਗਈਆਂ। ਸੋ ਇਸ ਦਾ ਹਜੇ ਤੱਕ ਇੱਕ ਸਭ ਤੋਂ ਵੱਡਾ ਜਿਹੜੀ ਦਿੱਕਤ ਹੈਗੀ ਹੈ ਉਹ ਲੀਡਰਲੈਸ ਹੋਣਾ ਹੈ। ਔਰ ਜਿਹੜੇ ਇਲੈਕਸ਼ਨਸ ਹੋ ਰਹੇ ਨੇ ਪਿਛਲੇ, ਤੁਸੀਂ ਕਈ ਇਲੈਕਸ਼ਨਸ ਤੁਸੀਂ ਦੇਖਿਓ, ਉਹ ਸਾਰੇ ਇਲੈਕਸ਼ਨ ਪਰਸਨੈਲਿਟੀ ਬੇਸਡ ਹੋ ਰਹੇ ਹੈ, ਪਰਸਨੈਲਿਟੀ ਟੂ ਪਰਸਨੈਲਿਟੀ ਟਕਰਾ ਰਹੀ ਹੈ, ਮੋਦੀ ਵਰਸਸ ਰਾਹੁਲ ਗਾਂਧੀ, ਇਸ ਤਰ੍ਹਾਂ ਦਾ। ਸੋ ਇਹ ਇੱਕ ਜਿਹੜੀ ਦਿੱਕਤ ਇਸ ਅਲਾਈਅੰਸ ਨੂੰ ਹਜੇ ਆਏਗੀ। ਔਰ ਤੀਸਰੀ ਗੱਲ ਇਹਦੇ ਵਿੱਚ ਜਿਹੜੀ ਕਿ ਮੈਨੂੰ ਹੋਰ ਨਜ਼ਰ ਆ ਰਹੀ ਹੈ ਕਿ ਬੀਜੇਪੀ ਵਾਸਤੇ ਇਹ ਜਿਹੜਾ ਹੈਗਾ ਉਹ ਬਹੁਤ ਇੰਪੋਰਟੈਂਟ ਇਲੈਕਸ਼ਨ ਹੈ, ਖਾਸ ਤੌਰ ਤੇ ਮੋਦੀ ਔਰ ਅਮਿਤ ਸ਼ਾਹ ਦੀ ਜਿਹੜੀ ਜੋੜੀ ਹੈ ਉਹਦੇ ਵਾਸਤੇ ਬਹੁਤ ਇੰਪੋਰਟੈਂਟ ਇਲੈਕਸ਼ਨ ਹੈ। ਔਰ ਉਹ ਹਰ ਹਾਲਤ 'ਚ ਇਹ 300 ਤੋਂ ਸੀਟਾਂ ਆਪਣੀਆਂ ਵਧਾ ਕੇ ਫਿਰ ਤੋਂ ਇਹ ਸਾਬਿਤ ਕਰਨਾ ਚਾਹਣਗੇ ਕਿ ਉਹਨਾਂ ਤੋਂ ਇਲਾਵਾ ਕੰਟਰੀ ਦੇ ਵਿੱਚ ਕੋਈ ਅਲਟਰਨੇਟਿਵ ਨਹੀਂ ਹੈਗਾ। ਤੁਸੀਂ ਦੇਖਿਆ ਹੋਣਾ, ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਕਈ ਵਾਰ ਚੀਜ਼ਾਂ ਦਿਖਾਉਣ ਲਈ ਕੁਝ ਹੋਰ ਦਿਖਾਈਆਂ ਜਾਂਦੀਆਂ ਨੇ, ਅਸਲ 'ਚ ਕੰਮ ਕੁਝ ਹੋਰ ਕਰਨੇ ਹੁੰਦੇ ਆ। ਉਹਦੇ 'ਚ ਇੱਕ ਕੱਲ ਸਟੇਟਮੈਂਟ ਨਹੀਂ, ਇੱਕ ਆਰਟੀਕਲ ਸੀਗਾ ਵਿਵੇਕ ਦੇਬਰੋਏ ਦਾ, ਜਿਹੜਾ ਕਿ ਪ੍ਰਧਾਨ ਮੰਤਰੀ ਦੀ ਆਰਥਿਕ ਕਾਉਂਸਲ ਦੇ ਚੇਅਰਮੈਨ ਨੇ। ਉਹਨਾਂ ਨੇ ਇਹ ਲਿਖਿਆ ਕਿ ਕੰਟਰੀ ਨੂੰ ਇੱਕ ਨਵੇਂ ਸੰਵਿਧਾਨ ਦੀ ਲੋੜ ਹੈਗੀ ਹੈ, ਨਵਾਂ ਸੰਵਿਧਾਨ ਬਣਾਉਣਾ ਚਾਹੀਦਾ ਹੈ। ਸੋ ਤੁਸੀਂ ਦੇਖੋ ਵੀ ਬਹੁਤ ਟਾਈਮ ਤੋਂ ਲਗਾਤਾਰ ਇਹਦੇ ਤੋਂ ਦੂਰੀ ਬਣਾ ਲਈ ਗਈ ਹੈ ਨਾ, ਹੁਣ ਤਾਂ ਇਹਦੇ ਤੋਂ ਦੂਰੀ ਬਣਾ ਲਈ ਹੈਗੀ ਹੈ ਨਾ ਕੌਂਸਲ ਨੇ। ਮੈਂ ਜਿਹੜੀ ਗੱਲ ਕਰ ਰਿਹਾ ਨਾ, ਗੱਲ ਹੈ ਕਿ ਤੁਸੀਂ ਆਪਣਾ ਏਜੰਡਾ ਫਲੋਟ ਕਰਤਾ ਹੈ, ਉਸ ਤੋਂ ਬਾਅਦ ਤੁਸੀਂ ਬੇਸ਼ੱਕ ਆਪਣੇ ਪੈਰ ਪਿੱਛੇ ਖਿੱਚ ਲਓ, ਪਰ ਇਹਦੇ ਨਾਲ ਇੱਕ ਚਰਚਾ ਸ਼ੁਰੂ ਹੋ ਜਾਏਗੀ ਕਿ ਹਾਂ ਸਾਨੂੰ ਸੰਵਿਧਾਨ ਦੀ ਲੋੜ ਹੈ ਕਿ ਨਹੀਂ। ਕਿਉਂਕਿ ਬਹੁਤ ਟਾਈਮ ਤੋਂ ਇਹ ਚਰਚਾ ਹੁਣ ਚੱਲ ਰਹੀ ਹੈ ਕਿ ਕੰਟਰੀ ਜਿਹੜਾ ਹੈਗਾ ਉਹ ਹਿੰਦੂ ਰਾਸ਼ਟਰ ਵੱਲ ਵਧ ਰਿਹਾ ਹੈ, ਜਦਕਿ ਹਜੇ ਪਹਿਲਾਂ ਸੀ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਸੈਕੂਲਰ ਹੈ। ਤਾਂ ਸੈਕੂਲਰ ਤੇ ਹਿੰਦੂ ਰਾਸ਼ਟਰ ਦੇ ਵਿੱਚ ਹੁਣ ਹੋ ਗਿਆ। ਬੀਜੇਪੀ ਇਹ ਕੋਸ਼ਿਸ਼ ਜ਼ਰੂਰ ਕਰੇਗੀ ਕਿ ਅਸੀਂ ਇਹ ਸੰਵਿਧਾਨ ਦੁਬਾਰਾ ਬਣਾਈਏ, ਪਰ ਉਹ ਹੋਏਗਾ ਉਦੋਂ ਹੀ ਜਦੋਂ ਉਹਨਾਂ ਕੋਲੇ ਬਹੁਤ ਵੱਡੀ ਤਾਦਾਦ ਦੇ ਵਿੱਚ, ਮਤਲਬ ਹੋਰ ਮੈਜੋਰਿਟੀ ਨਾਲ ਸੰਸਦ ਚੁਣ ਕੇ ਆਣਗੇ, ਤਾਂ ਉਹਨਾਂ ਦੀ ਇਹ ਇੱਛਾ ਪੂਰੀ ਹੋ ਜਾਏਗੀ। ਪਰ ਮੈਂ ਉਹੀ ਗੱਲ ਕਰਦਾ ਵੀ ਕਈ ਵਾਰੀ ਜਸਟ ਇੱਕ ਛੱਡ ਕੇ ਕਿ ਦੇਖੋ ਟੈਸਟ, ਜਿਵੇਂ ਵਾਟਰ ਟੈਸਟਿੰਗ ਆਪਾਂ ਕਹਿੰਦੇ ਹੁੰਦੇ ਆ, ਕਿ ਵਾਟਰ ਟੈਸਟਿੰਗ ਲਈ ਇਹ ਆਰਟੀਕਲ ਜਿਹੜਾ ਹੈਗਾ ਉਹ ਆਰਥਿਕ ਕਾਉਂਸਲ ਦੇ ਜਿਹੜੇ ਚੇਅਰਮੈਨ ਉਹਨਾਂ ਨੇ ਪਾਇਆ ਹੈ। ਤੇ ਹੁਣ ਇੰਪੋਰਟੈਂਟ ਗੱਲ ਇਹ ਦੇਖਣੀ ਹੋਏਗੀ ਕਿ ਕੀ ਪਾਰਟੀ ਇਸ ਦਿਸ਼ਾ ਵੱਲ ਅੱਗੇ ਵੱਧਦੀ ਹੈ ਕਿ ਨਹੀਂ ਵੱਧਦੀ। ਮਤਲਬ ਬਹਿਸ ਛੇੜ ਕੇ ਪਿਛਾਂ ਹਟ ਜਾਓ, ਧੱਫਾ ਮਾਰ ਕੇ ਭੱਜੋ, ਰੌਲਾ ਤਾਂ ਪੈਂਦਾ ਹੀ ਰਹਿਣਾ। ਉਸ ਮਾਮਲਾ ਤੇ ਰੌਲਿਆਂ ਦਾ ਹੈ ਸਾਰਾ। ਤੁਸੀਂ ਠੀਕ ਕਹਿ ਰਹੇ ਹੋ। ਖੈਰ ਚਲੋ ਆਪਾਂ ਆਖਰ ਦੇ ਵਿੱਚ ਭਾਸਕਰ ਸਾਹਿਬ ਕੋਲ ਚਲੇ ਜਾਂਦੇ ਆ। ਮੁੱਦਾ ਤਾਂ ਹੇਟ ਸਪੀਚ ਨਾਲ ਜੁੜਿਆ ਵੀ ਕੱਲ ਬੜਾ ਅਹਿਮ ਸੀਗਾ, ਜਿੱਥੇ ਕਈ ਵਾਰੀ ਗਵਰਨਮੈਂਟਸ ਆਪਣੀ ਮਰਜ਼ੀ ਕਰਨ ਲੱਗਦੀਆਂ ਨੇ। ਪਾਰਲੀਮੈਂਟ ਦੀ ਤਾਕਤ ਤਾਂ ਬਹੁਤ ਹੀ ਵੱਡੀ ਹੈ, ਜੋ ਮਰਜ਼ੀ ਕਰ ਦਿਓ, ਪਰ ਕਈ ਵਾਰੀ ਸੰਵਿਧਾਨਕ ਵਿਆਖਿਆਵਾਂ ਦੇ ਤਹਿਤ ਮੁੜ ਕੇ ਸੁਪਰੀਮ ਕੋਰਟ 'ਚ ਮਾਮਲੇ ਚੱਲਦੇ ਰਹਿੰਦੇ ਨੇ। ਤੇ ਮੈਂ ਭਾਸਕਰ ਸਾਹਿਬ ਆਪਣੀ ਰਾਜ ਸਭਾ ਦੇ ਵਿੱਚ ਅਰਬਪਤੀਆਂ ਦੀ ਵੱਧਦੀ ਗਿਣਤੀ, ਮਤਲਬ ਜਿਹੜੀ ਚੀਜ਼ ਨੋਮੀਨੇਸ਼ਨ ਨਾਲ ਆਉਂਦੀ ਆ ਉਹ ਪੈਸੇ ਨਾਲ ਵੀ ਆਉਂਦੀ ਆ, ਇਹ ਦੋ ਚੀਜ਼ਾਂ ਬੜੀਆਂ ਘਾਤਕ ਨੇ। ਹੈ ਤਾਂ ਹਾਸੇ ਠੱਠੇ 'ਚ ਲੈ ਲਓ ਕਿਸੇ ਵੇਲੇ ਕਿ ਅੱਛਾ ਕਿਤੇ ਸੀਟਾਂ ਖਰੀਦ ਲਈਆਂ ਜਾਂਦੀਆਂ ਨੇ, ਕਿਉਂਕਿ ਇਹਦੇ ਕੋਈ ਸਬੂਤ ਨਹੀਂ ਹੁੰਦੇ। ਤੁਸੀਂ ਜੋ ਮਰਜ਼ੀ ਦਾਵਾ ਕਰੋ ਵੀ ਕੌਣ ਕਿੰਨੇ ਪੈਸੇ ਦੇ ਕੇ ਬਣ ਗਿਆ ਜੀ ਕਿਸੇ ਪਾਰਟੀ ਨੂੰ, ਕਿਉਂਕਿ ਪਾਰਟੀਆਂ ਤੇ ਐਮਐਲਏਸ ਦੇ ਸਿਰ ਤੇ ਰਾਜ ਸਭਾ ਨਿਰਧਾਰਿਤ ਹੁੰਦੀ ਹੈ। ਪਰ ਜੇ ਅਰਬਪਤੀਆਂ ਦੀ ਗਿਣਤੀ ਵੱਧ ਰਹੀ ਆ ਤਾਂ ਫਿਰ ਇਸ ਦੋਸ਼ ਦੇ ਵਜਨਦਾਰ ਹੋਣ ਦੇ, ਨਾ ਵਜਨਦਾਰ ਹੋਵੇ ਕੋਈ ਕਾਰਨ ਨਹੀਂ, ਇਹ ਵਜਨਦਾਰ ਬਣ ਜਾਂਦਾ ਹੈ। ਕੀ ਕਹਿੰਦੇ ਹੋ ਭਾਸਕਰ ਸਾਹਿਬ, ਕਿੰਨੇ ਅਰਬਪਤੀ ਨੇ ਜਿਹੜੇ ਬੈਠਦੇ ਨੇ ਨਿੱਠ ਕੇ, ਕਿੰਨੀਆਂ ਕੁ ਵੱਡੀਆਂ ਗੱਡੀਆਂ ਚ ਆਉਂਦੇ ਨੇ, 5 7 10 ਕਰੋੜ ਵਾਲੀਆਂ ਗੱਡੀਆਂ ਚ ਆਉਂਦੇ ਨੇ, ਕਿੱਦਾਂ ਆਉਂਦੇ ਨੇ, ਕੀ ਕਰਦੇ ਨੇ, ਜਾਂ ਫਿਰ ਹਲਕਾ ਜਿਹਾ ਕੁੜਤਾ ਪਾ ਕੇ ਆ ਜਾਂਦੇ, ਕਿਉਂਕਿ ਪੈਸੇ ਕਿਹੜੇ ਦਿਖਾਉਣ ਦੀ ਲੋੜ ਹੁੰਦੀ, ਲੋਕਾਂ ਨੂੰ ਪਤਾ ਹੀ ਹੁੰਦਾ। ਰਾਜ ਸਭਾ ਦੇ ਅਰਬਪਤੀ ਮੈਂਬਰਾਂ ਦੀ ਗੱਲ ਕਰਨ ਤੋਂ ਪਹਿਲੇ ਸੁਪਰੀਮ ਕੋਰਟ ਦੀ ਉਸ ਗੱਲ ਦੀ ਵੀ ਗੱਲ ਕਰ ਲਈਏ ਜਿਹਦੇ ਵਿੱਚ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਪਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਅਕਸਰ ਇਹ ਦੇਖਿਆ ਜਾਂਦਾ ਹੈ
ਕਿ ਜਦ ਇਲਜ਼ਾਮ ਲੱਗਦੇ ਨੇ ਕਿ ਵੀ ਤੁਸੀਂ ਬਿਨਾਂ ਤੱਥ ਦੇ ਉੱਤੇ ਇਹ ਪੋਸਟ ਕਿੱਦਾਂ ਪਾਈ, ਉਹ ਕਹਿੰਦੇ ਨੇ ਮਾਫ ਕਰ ਦਿਓ, ਗਲਤੀ ਤੋਂ ਪਾਈ ਗਈ। ਏਦਾਂ ਦਾ ਹੀ ਮਾਮਲਾ ਸੁਪਰੀਮ ਕੋਰਟ ਦੇ ਅਧੀਨ ਵੀ ਆਇਆ, ਜਿਹਦੇ ਵਿੱਚ ਤਮਿਲਨਾਡੂ ਦੇ ਇੱਕ ਐਮਐਲਏ SV ਸ਼ੇਖਰ, ਉਹਨਾਂ ਨੇ ਵਿਮਨ ਜਰਨਲਿਸਟ ਦੇ ਉੱਤੇ ਇੱਕ ਰਿਮਾਰਕ ਫਾਰਵਰਡ ਕਰਤਾ। ਹਾਲਾਂਕਿ ਉਹਨਾਂ ਨੇ ਲਿਖਿਆ ਨਹੀਂ ਸੀ, ਉਹਨਾਂ ਨੇ ਫਾਰਵਰਡ ਕੀਤਾ ਸੀਗਾ, ਔਰ ਉਸ ਫਾਰਵਰਡ ਕੀਤੀ ਹੋਈ ਪੋਸਟ ਦੇ ਉੱਤੇ ਸੁਪਰੀਮ ਕੋਰਟ ਨੇ ਇੱਕ ਕੜਾ ਸੰਗਿਆਨ ਲਿੱਤਾ ਔਰ ਇਹ ਗੱਲ ਕਹੀ ਕਿ ਵੀ ਤੁਸੀਂ ਮਾਫੀ ਮੰਗ ਕੇ ਬਚ ਨਹੀਂ ਸਕਦੇ, ਤੁਹਾਡੇ ਖਿਲਾਫ ਕਾਰਵਾਈ ਕਰਾਂਗੇ ਹੀ ਕਰਾਂਗੇ ਔਰ ਤੁਹਾਡੇ ਖਿਲਾਫ ਪ੍ਰੋਸੀਡਿੰਗਸ ਚੱਲੇਗੀ। ਉਸ ਤੋਂ ਬਾਅਦ ਜਿਹੜੇ ਉਹ ਐਮਐਲਏ ਸਾਹਿਬ ਸੀਗੇ, ਉਹਨਾਂ ਨੇ ਕਿਹਾ ਜੀ ਮੇਰੀ ਤੇ ਅੱਖਾਂ ਤੇ ਪਾਈ ਹੋਈ ਸੀ ਦਵਾਈ, ਤੇ ਦਵਾਈ ਦੇ ਵਿੱਚ ਮੈਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਪੋਸਟ ਆਈ ਕੀ ਹੈ, ਤੇ ਗਲਤੀ ਨਾਲ ਅੱਗੇ ਮੇਰੀ ਫਾਰਵਰਡ ਹੋ ਗਈ ਤੇ ਮੈਨੂੰ ਕਰ ਦਿਓ ਮਾਫ। ਪਰ ਹੁਣ ਸੁਪਰੀਮ ਕੋਰਟ ਵੀ ਪੂਰਾ ਇੱਕ ਡਾਢਾ ਫੈਸਲਾ ਲੈ ਕੇ ਬੈਠੀ ਹੋਈ, ਨਾ ਤੁਹਾਨੂੰ ਤੁਹਾਡੇ ਖਿਲਾਫ ਪ੍ਰੋਸੀਡਿੰਗ ਕਰਕੇ ਆਪਾਂ ਦੂਜਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ, ਬਾਅਦ ਚ ਸੌਰੀ ਕਹਿ ਕੇ ਤੁਸੀਂ ਬਚ ਨਹੀਂ ਸਕਦੇ। ਤੇ ਇਸ ਮੁੱਦੇ ਦੇ ਉੱਤੇ ਹੁਣ ਸੁਪਰੀਮ ਕੋਰਟ ਅੱਗੇ ਤੱਕ ਯਾਨੀ ਪੂਰਾ ਅੱਗੇ ਤੱਕ ਜਾਣ ਵਾਸਤੇ ਤਿਆਰ ਹੈ। ਦੂਜਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਆਇਆ ਔਰ ਸੁਪਰੀਮ ਕੋਰਟ ਨੇ CBI ਨੂੰ 4 ਉਹ ਕੇਸ, ਜਿਹੜੇ ਕੇਸ ਬੜੇ ਨੈਸ਼ਨਲ ਲੈਵਲ ਤੇ ਇੱਕ ਪ੍ਰੋਮੀਨੈਂਸ ਰੱਖਦੇ ਸੀ, ਉਹਨਾਂ ਦੇ ਮਰਡਰ ਹੋ ਗਏ ਸੀ ਔਰ ਉਹਨਾਂ ਦਾ ਮਰਡਰ ਤਕਰੀਬਨ ਇੱਕੋ ਹੀ ਪੈਟਰਨ ਦੇ ਵਿੱਚ ਹੋਇਆ ਸੀਗਾ। ਔਰ ਇਹ ਮਰਡਰ ਵੀ ਜਿਹੜੇ ਤੁਹਾਨੂੰ ਯਾਦ ਹੋਏਗਾ ਨਰਿੰਦਰ ਪਲਭੋਕਰ ਤੇ ਦੂਜੇ ਗੌਰੀ ਲੰਕੇਸ਼, ਤੇ ਉਸ ਤੋਂ ਇਲਾਵਾ ਕਲਬੁਰਜੀ, ਯਾਨੀ ਇਹ 4 ਮਰਡਰ ਹੋਏ ਸੀ। ਇਹਨਾਂ ਆਪਸ ਦੇ ਵਿੱਚ ਕੀ ਲਿੰਕ ਹੈ ਉਹ CBI ਨੂੰ ਇਨਵੈਸਟੀਗੇਟ ਕਰਨ ਵਾਸਤੇ ਸੁਪਰੀਮ ਕੋਰਟ ਨੇ ਕੱਲ ਆਰਡਰ ਕੀਤੇ ਨੇ। ਔਰ ਅਗਰ ਕੋਈ ਇਨਵੈਸਟੀਗੇਸ਼ਨ ਇਸ ਤਰ੍ਹਾਂ ਇੰਡੀਕੇਟ ਕਰਦੀ ਹੈ ਕਿ ਚਾਰੋਂ ਮਰਡਰ ਦੇ ਵਿੱਚ ਤਕਰੀਬਨ ਇੱਕ ਤਰੀਕੇ ਦਾ ਜਾਂ ਇੱਕ ਤਰੀਕੇ ਦੇ ਮੋਟਿਵ ਹੋ ਸਕਦੇ ਨੇ, ਤੇ ਇਸ ਗੱਲ ਨੂੰ ਬੜੇ ਅੱਗੇ ਤੱਕ ਲਿਜਾਣ ਦੀ ਸੰਭਾਵਨਾ ਹੈਗੀ ਹੈ। ਕਾਰਨ ਕਿ ਉਹਨਾਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਅਗਰ ਕੋਸ਼ਿਸ਼ ਹੋ ਰਹੀ ਹੈ ਔਰ ਇੱਕ ਸਪੈਸ਼ਲ ਪੈਟਰਨ ਦੇ ਤਹਿਤ ਜੋ ਲੋਕ ਸਮਾਜ ਦੇ ਭਲੇ ਵਾਸਤੇ ਜਾਂ ਕਿਸੇ ਮੁੱਦੇ ਨੂੰ ਪੁਰਜੋਰ ਤਰੀਕੇ ਨਾਲ ਉਠਾ ਰਹੇ ਨੇ, ਤੇ ਇਹ ਇੱਕ ਫਰੀडम ਆਫ ਐਕਸਪ੍ਰੈਸ਼ਨ ਦਾ ਵੀ ਕਤਲ ਹੈਗਾ ਔਰ ਉਹਨਾਂ तमाम ਲੋਕਾਂ ਦੇ ਖਿਲਾਫ ਇੱਕ ਕਲੈਕਟਿਵ ਮੁਹਿੰਮ ਚਲਾਉਣ ਦਾ ਵੀ ਇੱਕ ਇੰਡੀਕੇਸ਼ਨ ਮਿਲ ਸਕਦਾ ਹੈ। ਹੁਣ ਗੱਲ ਕਰਦੇ ਹਾਂ ਆਪਾਂ ਰਾਜ ਸਭਾ ਦੇ ਉਹਨਾਂ ਕਰੋੜਪਤੀ MPs ਦੀ। ਅਕਸਰ ਰਾਜ ਸਭਾ ਦੇ ਵਿੱਚ ਜਦ ਵੀ ਕੋਈ ਸੀਟਾਂ ਖਾਲੀ ਹੁੰਦੀ ਹੈ ਉਹਦੇ ਵਿੱਚੋਂ ਕੌਣ ਬਣੇਗਾ, ਜ਼ਿਆਦਾਤਰ ਤੇ ਇਹ ਗੱਲ ਹੁੰਦੀ ਹੈ ਵੀ ਇਹ ਫਲਾਣਾ ਲੀਡਰ, ਖਾਸ ਕਰਕੇ ਪੰਜਾਬ ਦੀ ਗੱਲ ਕਹਿ ਰਹੇ ਹਾਂ, ਇਹਨੂੰ ਸੂਬੇ ਦੀ ਰਾਜਨੀਤੀ ਦੇ ਵਿੱਚ ਖੁੱਡੇ ਲਾਈਨ ਲਾਣਾ ਜਾਂ ਇਹਨੂੰ ਇੱਕ ਪਾਰ ਕਰਕੇ ਰੱਖਣਾ ਤੇ ਇਹਨੂੰ ਰਾਜ ਸਭਾ ਦੇ ਵਿੱਚ ਭੇਜ ਦਿਓ ਤਾਂ ਕਿ ਇਹ ਸਟੇਟ ਦੀ ਲੀਡਰਸ਼ਿਪ ਦੇ ਵਿੱਚ ਕਿਸੇ ਵੀ ਤਰੀਕੇ ਦੀ ਖਲਲ ਨਾ ਪਾਵੇ, ਜਿੱਦਾਂ ਬਾਜਵਾ ਸਾਹਿਬ ਨੂੰ ਭੇਜਿਆ ਗਿਆ ਸੀ ਜਦ ਕੈਪਟਨ ਸਾਹਿਬ ਨੂੰ ਚੜਾਇਆ ਗਿਆ ਸੀਗਾ ਕੁਰਸੀ ਤੇ। ਹੁਣ ਉਹੀ ਗੱਲਾਂ ਹੁਣ ਅੱਗੇ ਵਧ ਰਹੀ ਹੈ। ਇਹ ਐਸੋਸੀਏਟ ਫॉर ਡੈਮੋਕ੍ਰੈਟਿਕ ਰਿਫਾਰਮ ADR ਅਕਸਰ ਇਦਾਂ ਦੇ ਖੁਲਾਸੇ ਕਰਦੀ ਰਹਿੰਦੀ ਹੈ ਔਰ ਉਹਨਾਂ ਨੇ ਕਿਹਾ ਕਿ ਤਕਰੀਬਨ 12% ਯਾਨੀ ਕਰੀਬਨ 233 MPs ਹੈਗੇ ਨੇ, ਉਹਦੇ ਵਿੱਚੋਂ 12% ਤੇ ਅਰਬਪਤੀ ਹੈਗੇ ਨੇ। ਅਰਬਪਤੀ ਮਤਲਬ 100 ਕਰੋੜ ਤੋਂ ਤਾਂ ਗਿਣਤੀ ਸ਼ੁਰੂ ਹੁੰਦੀ ਹੈ ਔਰ ਉਹਦੇ ਵਿੱਚੋਂ ਵੀ ਕੁਝ MLA MPs ਤੇ ਇਦਾਂ ਦੇ ਹੈਗੇ ਨੇ, 7 ਕੁ MP ਹੈਗੇ ਨੇ ਜਿਨ੍ਹਾਂ ਦੀ 5596 ਕਰੋੜ ਦੀ ਪ੍ਰਾਪਰਟੀ ਹੈਗੀ ਹੈ। ਤੁਸੀਂ ਦੱਸੋ ਇਹਨੇ ਤਾਂ ਨਾਲ ਅਸੀਂ ਤੇ ਪੰਜਾਬ ਦੇ ਵਿੱਚ ਕਈ ਵਾਰ ਗੱਲਾਂ ਹੁੰਦੀ ਹੈ ਵੀ ਇਹ ਜਿਹੜੇ 7 ਬਣਾਏ ਨੇ ਇਹ ਪੰਜਾਬੀ ਨਹੀਂ ਬਣਾਏ, ਇਹ ਬਾਹਰੋਂ ਬਣਾ ਲਏ, ਇਹ ਲਵਲੀ ਵਾਲੇ ਕਿੱਦਾਂ ਬਣਾ ਲਏ ਤੇ ਉਹ ਸਾਨੀ ਸਾਹਿਬ ਕਿੱਦਾਂ ਆ ਗਏ, ਇਹ ਐਲੀਗੇਸ਼ਨ ਇਹ ਗੱਲਾਂ ਤੁਰਦੀਆਂ ਰਹਿੰਦੀ ਹੈ ਔਰ ਉਹਨਾਂ ਐਲੀਗੇਸ਼ਨਾਂ ਦੇ ਵਿੱਚ ਬਹੁਤਾ ਦਮ ਨਹੀਂ ਹੁੰਦਾ ਕਿਉਂਕਿ ਸਿਰਫ ਉਹ ਐਲੀਗੇਸ਼ਨ ਹੀ ਹੁੰਦੇ ਨੇ। ਪਰ ਹੁਣ ਜਿਹੜਾ ਆંકੜਾ ਨਿਕਲ ਕੇ ਆਇਆ ਤੁਸੀਂ ਉਸ ਤੋਂ ਅੰਦਾਜ਼ਾ ਲਾਓ, ਜਿਹੜੇ ਸਾਡੇ ਪੰਜਾਬ ਦੇ ਵਿੱਚੋਂ 7 MP ਬਣਾਏ ਸੀਗੇ ਰਾਜ ਸਭਾ ਦੇ ਵਿੱਚ, ਉਹਨਾਂ ਵਿੱਚੋਂ 200 ਕਰੋੜੀ ਤੋਂ ਵੀ ਵੱਧ ਦੇ ਹੈਗੇ ਨੇ। ਹੁਣ ਦੋਵਾਂ ਦਾ ਨਾਮ ਮੈਨੂੰ ਲੱਗਦਾ ਪੰਜਾਬ ਦੀ ਜਨਤਾ ਆਪ ਜਾਣਦੀ ਹੈ ਵੀ ਕਿਹੜੇ ਬਹੁ ਕਰੋੜੀਆਂ ਦੀ ਆਪਾਂ ਗੱਲ ਕਰ ਰਹੇ ਹਾਂ। ਪਰ ਜੇ ਕੇਂਦਰ ਲੈਵਲ ਤੇ ਅਸੀਂ ਗੱਲ ਕਰੀਏ ਤੇ ਘੱਟ ਤੋਂ ਘੱਟ ਜਿਹੜੇ ਸਾਰਿਆਂ ਦੇ ਵਿੱਚੋਂ 2700 ਕਰੋੜੀ ਹੈਗੇ ਨੇ, 225 ਵਿੱਚੋਂ 2700 ਕਰੋੜੀ ਤੋਂ ਵੱਧ। ਔਰ ਸਭ ਤੋਂ ਜ਼ਿਆਦਾ ਅਗਰ ਕਰੋੜਪਤੀਆਂ ਦੀ ਗੱਲ ਕਰੀਏ, ਅਰਬਪਤੀਆਂ ਦੀ ਗੱਲ ਕਰੀਏ ਤੇ 11 MP ਜਿਹੜੇ ਆਂਧਰ ਪ੍ਰਦੇਸ਼ ਹੈਗੇ ਨੇ ਉਹਨਾਂ ਵਿੱਚੋਂ 500 ਕਰੋੜੀ ਬਹੁ ਕਰੋੜੀ ਹੈਗੇ ਨੇ ਔਰ 7 ਵਿੱਚੋਂ 3 ਤੇਲੰਗਾਨਾ ਦੇ, ਇਹ ਵੀ ਬੜੇ ਮਾਲਦਾਰ ਹੈਗੇ ਨੇ ਔਰ 19 ਵਿੱਚੋਂ 3 ਮਹਾਰਾਸ਼ਟਰ ਦੇ, ਜਿਹਦੇ ਵਿੱਚੋਂ ਸ਼ਰਦ ਪਵਾਰ ਸਾਹਿਬ NCP ਨੂੰ ਅੱਜਕੱਲ ਜਗ੍ਹਾ ਜਗ੍ਹਾ ਲੈ ਕੇ ਜਾ ਰਹੇ ਨੇ ਆਪਣੀ ਇੱਕ ਬਚੀ ਹੋਈ NCP ਨੂੰ, ਉਹਦੇ ਵਿੱਚੋਂ ਵੀ 300 ਕਰੋੜੀ ਬਹੁ ਕਰੋੜੀ ਤੋਂ ਅੱਗੇ ਹੈਗੇ ਨੇ। ਔਰ ਦਿੱਲੀ ਦੇ ਵਿੱਚ ਹੁਣ 3 ਹੈਗੇ ਨੇ, ਸੰਜੇ ਸਿੰਘ ਹੈਗੇ ਨੇ ਔਰ 2 ਗੁਪਤਾ ਜੀ ਹੈਗੇ ਨੇ। ਉਹਨਾਂ ਇੱਕ ਗੁਪਤਾ ਜੀ ਉਹ ਵੀ ਬਹੁ ਕਰੋੜੀ ਹੈਗੇ ਨੇ, ਯਾਨੀ ਭਾਵੇਂ ਉਹ ਸੁਸ਼ੀਲ ਗੁਪਤਾ ਹੋ ਸਕਦੇ ਨੇ ਔਰ ਇੱਕ ਦੂਜੇ ਗੁਪਤਾ ਜੀ ਦਾ ਨਾਮ ਬਹੁਤਾ ਨਹੀਂ ਆਉਂਦਾ, ਹੋ ਸਕਦਾ ਉਹੀ ਬਹੁ ਕਰੋੜੀ ਹੈਗੇ ਨੇ। ਪਰ ਹਾਂ, ਇੱਕ MP ਦਿੱਲੀ ਦੇ ਵਿੱਚੋਂ ਰਾਜ ਸਭਾ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਹੈ ਉਹ 100 ਕਰੋੜੀ ਹੈਗਾ ਔਰ ਪੰਜਾਬ ਦੇ ਵਿੱਚੋਂ 7 ਵਿੱਚੋਂ 2 ਦੀ ਗੱਲ ਅਸੀਂ ਪਹਿਲੇ ਕਰ ਚੁੱਕੇ ਹਾਂ। ਹਰਿਆਣਾ ਦੇ ਵਿੱਚ ਹੀ ਟੋਟਲ 5 ਰਾਜ ਸਭਾ ਦੇ MP ਹੈ, ਇੱਕ ਫਿਰ ਉਹ ਵੀ 100 ਕਰੋੜ ਤੋਂ ਉੱਤੇ ਦਾ ਹੈਗਾ। ਇਹ ਕਰੋੜ ਜਦ ਆਪਾਂ ਕਹਿੰਦੇ ਆ 100 ਕਰੋੜ ਦੇ ਉੱਤੇ ਤੇ ਕੋਈ ਵੱਡੀ ਗੱਲ ਨਹੀਂ, 2000 ਕਰੋੜ ਹੋਏ 3000 ਕਰੋੜ ਹੋਏ,
ਤੇ ਮੱਧ ਪ੍ਰਦੇਸ਼ ਦੇ ਵਿੱਚ ਵੀ 11 ਐਮਪੀਆਂ ਦੇ ਵਿੱਚੋਂ 2 ਉਹ ਬਹੁ ਕਰੋੜੀ ਨੇ। ਨਾਲ ਦੇ ਨਾਲ ਇਹ ਕਰੋੜਪਤੀਆਂ ਦੀ ਗੱਲ ਕਰਨ ਤੋਂ ਬਾਅਦ ਏਡੀਆਰ ਨੇ ਕੁਝ ਕ੍ਰਿਮੀਨਲ ਕੇਸਿਸ ਦੀ ਵੀ ਗੱਲ ਕੀਤੀ ਹੈ ਕਿ ਇਹਨਾਂ ਵਿੱਚੋਂ ਟੋਟਲ ਕਿੰਨੇ ਐਮਪੀਜ਼ ਹੈਗੇ ਨੇ ਜਿਨ੍ਹਾਂ ਦੇ ਖਿਲਾਫ ਸੀਰੀਅਸ ਕ੍ਰਿਮੀਨਲ ਚਾਰजेस ਹੈਗੇ ਨੇ। ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਬੀਜੇਪੀ ਦੇ 85 ਟੋਟਲ ਐਮਪੀ ਆ, ਉਹਨਾਂ ਵਿੱਚੋਂ 23 ਐਮਪੀ ਇਦਾਂ ਦੇ ਹੈਗੇ ਨੇ ਜਿਨ੍ਹਾਂ ਦੇ ਖਿਲਾਫ ਸੀਰੀਅਸ ਕ੍ਰਿਮੀਨਲ ਚਾਰजेस ਹੈਗੇ ਨੇ, ਜਿਹਦੇ ਵਿੱਚ ਮਰਡਰ ਵੀ ਹੈ ਔਰ ਹੋਰ ਵੀ ਕਈ ਸੀਰੀਅਸ ਚਾਰजेस ਹੈਗੇ ਨੇ। ਜਿਹੜੇ ਕਾਂਗਰਸ ਦੇ 30 ਐਮਪੀ ਹੈਗੇ ਨੇ, ਕਿਉਂਕਿ ਹੁਣ ਇੰਡੀਆ ਦੇ ਅਲਾਈਅੰਸ ਥੱਲੇ ਕਾਂਗਰਸ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੀ ਹੈ, ਇਹਦੇ ਵੀ 12 ਐਮਪੀ ਬੜੇ ਹੀ ਸੀਰੀਅਸ ਕ੍ਰਿਮੀਨਲ ਚਾਰजेस ਨੂੰ ਝੇਲ ਰਹੇ ਨੇ। ਔਰ ਉਹਨਾਂ ਵਿੱਚੋਂ ਇੱਕ ਜਿਹੜੇ ਬੜੇ ਪ੍ਰੋਮੀਨੈਂਟ ਲੀਡਰ ਨੇ ਕੇਸੀ ਵੇਨੂਗੋਪਾਲ, ਯਾਨੀ ਤੁਸੀਂ ਦੇਖਿਆ ਹੋਏਗਾ ਅਕਸਰ ਰਾਜਸਥਾਨ ਦੇ ਵਿੱਚ ਕੋਈ ਪੰਗਾ ਪੈ ਜਾਏ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਪੰਗਾ ਪੈ ਜਾਏ ਤਾਂ ਕੇਸੀ ਵੇਨੂਗੋਪਾਲ ਉਹ ਇੱਕ ਤਰੀਕੇ ਨਾਲ ਸੰਕਟ ਮੋਚਨ ਦੇ ਰੂਪ ਨਾਲ ਕਾਂਗਰਸ ਅੱਗੇ ਵਧਾਉਂਦੀ ਹੈ। ਉਹਨਾਂ ਦੇ ਖਿਲਾਫ ਵੀ ਇੱਕ ਰੇਪ ਦਾ ਚਾਰਜ ਹੈ। ਰਾਜਸਥਾਨ ਤੋਂ ਐਮਪੀ ਹੈਗੇ ਨੇ ਔਰ 6 ਵਿੱਚੋਂ 5 ਲਾਲੂ ਪ੍ਰਸਾਦ ਯਾਦਵ ਉਹਨਾਂ ਦੀ ਪਾਰਟੀ ਰਾਸ਼ਟਰੀ ਜਨਤਾ ਦਲ, ਉਹਨਾਂ ਦੇ ਖਿਲਾਫ ਵੀ ਕ੍ਰਿਮੀਨਲ ਚਾਰजेस ਹੈਗੇ ਨੇ। ਇਹ ਸਾਰਾ ਡਾਟਾ ਅੱਗੇ ਆਇਆ ਔਰ ਅਗਰ ਇਸ ਡਾਟੇ ਨੂੰ ਲੈਂਸ ਲਾ ਕੇ ਦੇਖੋਗੇ ਨਾ ਤੇ ਤੁਹਾਨੂੰ ਬਹੁਤ ਕੁਝ ਅੱਗੇ ਨਿਕਲ ਕੇ ਆਏਗਾ, ਜਿਹਦੇ ਉੱਤੇ ਫਿਲਹਾਲ ਏਡੀਆਰ ਨੇ ਵੀ ਕਿਹਾ ਕਿ ਵੀ ਕਾਰਪਟ ਦੇ ਥੱਲੇ ਰਹਿਣ ਦਿਓ, ਜਿੰਨੀ ਕੁ ਗੱਲਾਂ ਕੱਢਣੀ ਚਾਹੀਦੀ ਹੈ ਉਨੀ ਕੁ ਕੱਢ ਦਿਓ। ਔਰ ਉਸ ਇਲਜ਼ਾਮ ਤੋਂ ਕੋਈ ਵੀ ਪਾਰਟੀ ਬਚੀ ਨਹੀਂ ਹੋਈ। ਜੀ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।